ਜਿਹੜੇ ਈਰਾਨ ਦੇ ਸੁਪਰੀਮ ਲੀਡਰ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹ ਹਮਲਾ ਸੀ ਈਰਾਨ ਦਾ ਉਹ ਉਹਨਾਂ ਨੇ ਕਿਹਾ ਕਰੈਕਟ, ਲੌਜੀਕਲ ਐਂਡ ਲੌਫੁਲ। ਗਾਜ਼ਾ ਦੇ ਵਿੱਚ ਤੇ ਲੈਬਨਾਨ ਦੇ ਵਿੱਚ ਜਿਸ ਤਰੀਕੇ ਦਾ ਹੁਣ ਜਿਹੜੇ ਹਮਲੇ ਆ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਆ ਤੇ ਉਹਦੇ ਲਈ ਮਿਨੀਮਮ ਪਨਿਸ਼ਮੈਂਟ ਇਸ ਹਮਲੇ ਨੂੰ ਦੱਸਿਆ ਆ ਈਰਾਨ ਦੇ ਨੂੰ। ਵੱਡੇ ਪੱਧਰ ਤੇ ਜਿਹੜੇ ਮੁਲਕ ਆ ਉਹਨਾਂ ਨੇ ਜਿਹੜੇ ਆਪਣੇ ਵਸਿੰਦੇ ਆ ਇਸ ਸਾਰੇ ਇਲਾਕੇ ਚੋਂ ਉਹਨਾਂ ਦੇ ਲਈ ਜਿਹੜੇ ਇਵੈਕੂਏਸ਼ਨ ਪ੍ਰੋਗਰਾਮਸ ਨੇ ਉਹ ਅਮਰਵੀਰ ਸਿੰਘ ਜੀ ਸ਼ੁਰੂ ਕੀਤੇ ਆ। ਲਗਭਗ 1.5 ਮਿਲੀਅਨ ਜਿਹੜੇ ਰਸ਼ੀਅਨ ਸਿਵਿਲੀਅਨ ਆ ਸਿਟੀਜ਼ਨ ਆ ਉਹ ਇਸ ਸਮੇਂ ਦੱਸਿਆ ਜਾ ਰਿਹਾ ਕਿ ਜਿਹੜੇ ਰਹਿ ਰਹੇ ਆ ਤੇ ਰਸ਼ੀਆ ਨੇ ਉਹਨਾਂ ਨੂੰ ਇਹ ਗੱਲ ਕਲੀਅਰ ਕਰਤੀ ਆ ਕੁਝ ਵੀ ਵੱਡਾ ਵਾਪਰ ਸਕਦਾ ਆ ਤੇ ਉਹ ਜਿੰਨਾ ਜਲਦੀ ਹੋ ਸਕੇ ਇਜ਼ਰਾਈਲ ਛੱਡ ਕੇ ਤੇ ਉੱਥੋਂ ਬਾਹਰ ਨਿਕਲਣ। ਇਜ਼ਰਾਈਲ ਹੋ ਸਕਦਾ ਕਿ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਨੇ ਉਹਨਾਂ ਨੂੰ ਟਾਰਗੇਟ ਕਰੇ। ਜੇ ਇਹੋ ਜਿਹਾ ਕੁਝ ਵੀ ਵਾਪਰਦਾ ਆ ਤਾਂ ਉਹਦੇ ਨਾਲ ਈਰਾਨ ਦੇ ਵਿੱਚ ਵੱਡਾ ਜਾਨੀ ਨੁਕਸਾਨ ਹੋਣ ਦੇ ਖਦਸ਼ੇ ਆ। China, Iran and Russia are forming an alliance that the rest of the world should be ready for। ਵੱਡੀਆਂ ਤਾਕਤਾਂ ਦਾ ਭੇੜ ਆ ਉਹਦਾ ਕੇਂਦਰ ਭਾਵੇਂ ਅੱਜ ਜੰਗ ਯੂਰਪ ਦੇ ਵਿੱਚ ਰਸ਼ੀਆ ਯੂਕਰੇਨ 'ਚ ਵੀ ਹੋ ਰਹੀ ਆ ਜੀ ਤੇ ਇੱਧਰ ਮਿਡਲ ਈਸਟ ਦੇ ਵਿੱਚ ਵੀ ਜੰਗ ਸ਼ੁਰੂ ਹੋ ਚੁੱਕੀ ਆ। ਪਰ ਜਿਹੜਾ ਵੱਡੀ ਜੰਗ ਆ ਉਹਦਾ ਜਿਹੜਾ ਅਖਾੜਾ ਆ ਏਸ਼ੀਆ ਬਣਨ ਜਾ ਰਿਹਾ ਜਿੱਥੇ ਚਾਈਨਾ ਇੱਕ ਪਾਸੇ ਇੱਕ ਧਿਰ ਨੂੰ ਲੀਡ ਕਰੂਗਾ ਤੇ ਦੂਜੇ ਪਾਸੇ US ਲੀਡ ਕਰੂਗਾ। ਅਮਰੀਕਾ ਦੀਆਂ ਸੈਂਕਸ਼ਨਸ ਜਿਹੜੀਆਂ ਹੈਗੀਆਂ ਸੀ ਰਸ਼ੀਆ ਦੇ ਉੱਤੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਾਈਪਾਸ ਕੀਤਾ ਇੰਡੀਆ ਨੇ ਤੇ ਸਾਰਾ ਜਿਹੜਾ ਪੈਸਾ ਆ ਯੂਕਰੇਨ ਵਾਰ ਦੇ ਲਈ ਰਸ਼ੀਆ ਨੂੰ ਮੁਹੱਈਆ ਕਰਵਾਇਆ ਉਹਦਾ ਤੇਲ ਦੁਨੀਆ ਦੀ ਮਾਰਕੀਟ 'ਚ ਵੇਚ ਕੇ। ਪਿਛਲੀ ਕੋਲਡ ਵਾਰ ਦੇ ਵਿੱਚ ਇੰਡੀਆ ਨੇ ਸਟਾਂਸ ਰੱਖਿਆ ਸੀ ਕਾਫੀ ਹੱਦ ਤੱਕ ਉਹਦੇ 'ਚੋਂ ਕਾਮਯਾਬ ਵੀ ਰਿਹਾ ਸੀ। ਸਾਰੇ ਮੁਲਕਾਂ ਦੇ ਨਾਲ ਉਹਨੇ ਕੁਛ ਨਾ ਕੁਛ ਕਿਸੇ ਨੂੰ ਮਾੜਾ ਮੋਟਾ ਦੇ ਕੇ ਤੇ ਸਾਰਿਆਂ ਤੋਂ ਇਮਦਾਦ ਲੈਂਦਾ ਰਿਹਾ ਵੀ ਨੋਨ ਅਲਾਈਨਮੈਂਟ ਦੀ ਪਾਲਿਸੀ ਸੀ। ਪਰ ਉਹ ਇਸ ਵਾਰ ਉਹਦੀਆਂ ਜਿਹੜੀਆਂ ਲਿਮਿਟਸ ਆ ਜਾਂ ਹੱਦਾਂ ਆ ਉਹ ਲੰਘ ਚੁੱਕਿਆ ਇੰਡੀਆ ਤੇ ਇੰਡੀਆ ਐਜ਼ ਅ ਐਂਟਾਈਟੀ ਆਫ ਐਸਟੈਬਲਿਸ਼ਡ ਨੇਸ਼ਨ ਹੈ ਨਾ ਤੇ ਇਹ ਸਾਰੀ ਜੀਓਪੋਲੀਟੀਕਲ ਸ਼ਿਫਟ ਦਾ ਪਾਰਟ ਆ। ਤਾਂ ਉਸ ਖਿੱਤੇ ਦੇ ਵਿੱਚ ਜਿਹੜਾ ਇੰਡੀਆ ਦਾ ਕਾਊਂਟਰ ਆ ਸਭ ਤੋਂ ਵੱਡਾ ਉਹ ਸਿਰਫ ਸਿੱਖ ਆ। ਸਿੱਖਾਂ ਦੇ ਲਈ ਇਹ ਜ਼ਰੂਰੀ ਆ ਕਿ ਉਹ ਆਪਣੇ ਆਪ ਨੂੰ ਜਾਂ ਉਹਨਾਂ ਦੀ ਜਿਹੜੀ ਪੋਲਿਟਿਕਸ ਆ ਇਸ ਟਾਈਮ ਉਹਦਾ ਜਿਹੜਾ ਨੈਰੇਟਿਵ ਆ ਜਾਂ ਏਜੰਡਾ ਆ ਉਹ ਇਸ ਗੱਲ ਦੇ ਉੱਤੇ ਆਧਾਰਿਤ ਨਹੀਂ ਹੋਣਾ ਚਾਹੀਦਾ ਕਿ ਸਿੱਖ ਐਜ਼ ਅ ਸਿਟੀਜ਼ਨ ਆਫ ਇੰਡੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ 4 ਅਕਤੂਬਰ 2024 ਤੇ 20 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਜਿਹੜੀਆਂ ਲੰਘੇ 24 ਘੰਟੇ ਦੀਆਂ ਅਹਿਮ ਡਿਵੈਲਪਮੈਂਟਸ ਹੈਗੀਆਂ ਨੇ, ਖਬਰਾਂ ਨੇ, ਉਹਨਾਂ ਤੋਂ ਸਿੱਖ ਨਜ਼ਰੀਏ ਦੇ ਉੱਤੋਂ ਅਸੀਂ ਵਿਚਾਰ ਚਰਚਾ ਕਰਾਂਗੇ। ਖਾਸ ਤੌਰ 'ਤੇ ਜਿਹੜੀ ਇਹ ਸਾਰਾ ਕ੍ਰਾਈਸਿਸ ਚੱਲ ਰਿਹਾ ਉਹ ਭਾਵੇਂ ਮਿਡਲ ਈਸਟ ਦੀ ਗੱਲ ਹੋਵੇ ਜਾਂ ਅਦਰਵਾਈਜ਼ ਉਹ ਸਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਵਿਚਾਰ ਚਰਚਾ ਕਰਾਂਗੇ ਤੇ ਸਾਡੇ 'ਤੇ ਇਹ ਕਿਵੇਂ ਪ੍ਰਭਾਵ ਪਾਉਂਦਾ ਜਾਂ ਜਿਹੜੀ ਸਾਡੀ ਇਸ ਵਕਤ ਅਸੀਂ ਜਿਸ ਖਿੱਤੇ ਦੇ ਵਿੱਚ ਬੈਠੇ ਹਾਂ ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਜਾਂ ਡਾਇਸਪੋਰਾ ਦੇ ਵਿੱਚ ਹੋਵੇ, ਸਾਡੇ ਨਜ਼ਰੀਏ ਤੋਂ ਇਹਨਾਂ ਡਿਵੈਲਪਮੈਂਟਸ ਦੀ ਅਹਿਮੀਅਤ ਕੀ ਹੈਗੀ ਹੈ। ਸੋ ਮੇਰੇ ਨਾਲ ਅੱਜ ਸਰਦਾਰ ਸੁਖਵਿੰਦਰ ਸਿੰਘ ਜੁੜੇ ਹੋਏ ਆ ਟੋਰਾਂਟੋ ਤੋਂ, ਸਾਡੇ TV 84 ਦੇ ਕੋਰਸਪੋਂਡੈਂਟ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਅਸੀਂ ਪਹਿਲਾਂ ਜੋ ਮਿਡਲ ਈਸਟ ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ ਨੇ ਪਹਿਲਾਂ ਉਹਦੇ ਤੋਂ ਸ਼ੁਰੂਆਤ ਕਰੀਏ ਕਿਉਂਕਿ ਮਿਡਲ ਈਸਟ ਉਹ ਖਿੱਤਾ ਬਣ ਗਿਆ ਆ ਹੁਣ ਜਿੱਥੇ ਪਿਛਲੇ 1 ਸਾਲ ਤੋਂ ਜਦੋਂ ਤੋਂ ਅਸੀਂ ਦੇਖਦੇ ਹਾਂ ਕਿ ਅਟੈਕ ਕੀਤਾ ਗਿਆ ਸੀਗਾ ਇਜ਼ਰਾਈਲ ਦੇ ਵਿੱਚ ਗਜ਼ਾ ਦੇ ਵਿੱਚੋਂ ਤੇ ਉਦੋਂ ਤੋਂ ਲੈ ਕੇ ਹਮਾਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਲਗਾਤਾਰਤਾ ਦੇ ਨਾਲ ਹਮਾਸ ਦੀ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਇਜ਼ਰਾਈਲ ਨੇ ਜਿਹੜਾ ਪੂਰੀ ਇੱਕ ਮੁਹਿੰਮ ਵਿੱਢੀ ਹੋਈ ਹੈ ਤੇ ਲਗਭਗ ਇਹ ਕਿਹਾ ਜਾ ਸਕਦਾ ਕਿ ਗਜ਼ਾ ਦੇ ਵਿੱਚੋਂ
ਕੰਪਲੀਟਲੀ ਵਾਈਪ ਆਊਟ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਇਸ ਵਕਤ ਬਣੀ ਹੋਈ ਹੈ। 40,000 ਤੋਂ ਜ਼ਿਆਦਾ ਦੀ ਤਾਦਾਦ ਦੇ ਵਿੱਚ ਉੱਥੇ ਮੌਤਾਂ ਹੋ ਚੁੱਕੀਆਂ ਨੇ, ਜਿਹਦੇ ਵਿੱਚ 70% ਤੋਂ ਜ਼ਿਆਦਾ ਔਰਤਾਂ ਦੀ ਤੇ ਬੱਚਿਆਂ ਦੀ ਗਿਣਤੀ ਦੱਸੀ ਜਾ ਰਹੀ ਹੈ। ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਅਸੀਂ ਮਿਡਲ ਈਸਟ ਦੇ ਸਾਰੇ ਕਨਫਲਿਕਟ ਦੀ ਗੱਲ ਕਰਦੇ ਹਾਂ ਤੇ ਉਹ ਹਮਾਸ ਹੋਵੇ ਜਾਂ ਇੱਧਰ ਲਿਬਨਾਨ ਦੇ ਵਿੱਚ ਹਿਜ਼ਬੁੱਲਾ ਹੋਵੇ ਜਾਂ ਯਮਨ ਦੇ ਵਿੱਚ ਜਿਹੜੇ ਹੁਥੀ ਰੈਬਲਸ ਹੈਗੇ ਆ, ਇਹਨਾਂ ਨੂੰ ਈਰਾਨ ਵੱਲੋਂ ਜਿਹੜੀ ਸਪੋਰਟ ਹੈ ਉਹ ਦਿੱਤੀ ਜਾਂਦੀ ਰਹੀ ਹੈ। ਤੇ ਬੀਤੇ ਦੇ ਵਿੱਚ ਜਦੋਂ ਅਸੀਂ 2 ਦਿਨ ਪਹਿਲਾਂ ਗੱਲ ਕੀਤੀ ਹੈ ਕਿ 2 ਦਿਨ ਪਹਿਲਾਂ ਦੀ ਅਹਿਮ ਡਿਵੈਲਪਮੈਂਟ ਦੇਖੀ ਕਿ ਈਰਾਨ ਵੱਲੋਂ ਫਾਇਰਸ ਜਿਹੜੇ ਹੈਗੇ ਆ, ਮਿਸਾਈਲਸ ਉਹ ਦਾਗੇ ਗਏ ਆ ਇਜ਼ਰਾਈਲ ਦੇ ਉੱਤੇ। ਇਹ ਇੱਕ ਅਹਿਮ ਡਿਵੈਲਪਮੈਂਟ ਸੀ ਜਿਹਨੇ ਇਸ ਸਾਰੇ ਕ੍ਰਾਈਸਿਸ ਨੂੰ ਜਾਂ ਇਸ ਸਾਰੀ ਜੰਗ ਨੂੰ ਐਸਕੇਲੇਟ ਕਰਨ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਨੇ। ਤੇ ਹੁਣ ਉਹੀ ਗੱਲ ਹੋ ਰਹੀ ਹੈ ਜਾਂ ਉਹ ਡਿਵੈਲਪਮੈਂਟਸ ਹੋ ਰਹੀਆਂ ਨੇ ਜਿਹੜਾ ਦੁਨੀਆ ਭਰ ਦੀਆਂ ਨਜ਼ਰਾਂ ਉਸ ਖਿੱਤੇ ਦੇ ਉੱਤੇ ਨੇ ਕਿ ਜਿਹੜੀ ਇਹ ਐਸਕੇਲੇਸ਼ਨ ਹੈ ਇਹ ਕਿਸ ਲੈਵਲ ਤੱਕ ਜਾਊਗੀ ਤੇ ਕੀ ਇਹ ਜਿਹੜਾ ਮਿਡਲ ਈਸਟ ਦਾ ਕ੍ਰਾਈਸਿਸ ਹੈ ਇਹ ਬਾਕੀ ਮੁਲਕਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਊਗਾ। ਇਹਦੇ ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਲੱਗਾ ਹੋਇਆ ਆ। ਸੋ ਅੱਜ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਨੇ, ਜਿਨ੍ਹਾਂ ਨੂੰ ਸੁਪਰੀਮ ਲੀਡਰ ਕਿਹਾ ਜਾਂਦਾ ਆ, ਆਇਤੁੱਲਾ ਅਲੀ ਖਮੀਨੀ, ਉਹਨਾਂ ਵੱਲੋਂ ਇੱਕ ਅਹਿਮ ਅੱਜ ਜਿਹੜਾ ਬਿਆਨ ਹੈਗਾ ਉਹ ਸਾਡੇ ਸਾਹਮਣੇ ਆਉਂਦਾ ਹੈ। ਅਹਿਮ ਇਸ ਲਈ ਹੈ ਕਿਉਂਕਿ ਲਗਾਤਾਰਤਾ ਦੇ ਨਾਲ 5 ਸਾਲਾਂ ਦੇ ਵਿੱਚ ਇਹ ਉਹਨਾਂ ਦੀ ਪਹਿਲੀ ਪਬਲਿਕ ਅਪੀਅਰੈਂਸ ਹੈ ਜਦੋਂ ਉਹ ਲੋਕਾਂ ਦੇ ਸਾਹਮਣੇ ਆਏ ਆ। ਤੇ ਅੱਜ ਜਦੋਂ ਅਸੀਂ ਫਰਾਈਡੇ ਸ਼ੁੱਕਰਵਾਰ ਵਾਲੇ ਦਿਨ ਗੱਲ ਕਰ ਰਹੇ ਹਾਂ ਤੇ ਉਹਨਾਂ ਨੇ ਸ਼ੁੱਕਰਵਾਰ ਦੀ ਜਿਹੜੀ ਉਹਨਾਂ ਦਾ ਨਮਾਜ਼ ਹੁੰਦੀ ਹੈ ਉਹਦੇ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਐਡਰੈਸ ਕੀਤਾ ਆ ਮਸਜਿਦ ਦੇ ਵਿੱਚ ਤੇ ਉੱਥੋਂ ਉਹਨਾਂ ਨੇ ਇਜ਼ਰਾਈਲ ਨੂੰ ਇੱਕ ਸੁਨੇਹਾ ਦਿੱਤਾ ਆ ਕਿ ਭਾਈ ਬਸ ਬਹੁਤ ਹੋ ਗਿਆ, ਹੁਣ ਅਸੀਂ ਇਹ ਜਿਹੜੀ ਜੰਗ ਹੈਗੀ ਹੈ ਉਹ ਲੜਾਂਗੇ। ਉਹਨਾਂ ਨੇ ਜਸਟੀਫਾਈ ਕੀਤਾ ਆ ਜਿਹੜਾ ਈਰਾਨ ਵੱਲੋਂ ਮਿਸਾਈਲਾਂ ਦਾਗੀਆਂ ਗਈਆਂ ਸੀ ਤੇ ਦੁਬਾਰਾ ਇਹ ਗੱਲ ਕਹੀ ਹੈ ਕਿ ਭਾਈ ਜੇ ਸਾਨੂੰ ਦੁਬਾਰਾ ਵੀ ਇਹ ਕਰਨਾ ਪਿਆ ਤੇ ਅਸੀਂ ਇਹ ਦੁਬਾਰਾ ਫੇਰ ਕਰਾਂਗੇ। ਤੇ ਨਾਲ ਹੀ ਨਾਲ ਉਹਨਾਂ ਨੇ ਜਿਹੜੀ ਈਰਾਨ ਦੀ ਬੈਕਿੰਗ ਹੈ ਮਿਲੀਟੈਂਟ ਗਰੁੱਪਸ ਨੂੰ, ਹਮਾਸ ਦੇ ਲਈ, ਹਿਜ਼ਬੁੱਲਾ ਦੇ ਲਈ, ਉਹ ਉਹਨਾਂ ਨੇ ਦੁਬਾਰਾ ਰਿਟੈਰੀਏਟ ਕੀਤੀ ਹੈ ਕਿ ਅਸੀਂ ਇਹ ਜਾਰੀ ਰੱਖਾਂਗੇ। ਸੋ ਗੱਲਬਾਤ ਨੂੰ ਹੋਰ ਡੀਪਰ ਜਾਣ ਦੇ ਨਾਲ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੋ ਰਹੀਆਂ ਨੇ ਇੱਥੋਂ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਕਿਉਂਕਿ ਜਿਹੜਾ ਇਹ ਮਿਡਲ ਈਸਟ ਦੇ ਵਿੱਚ ਕਨਫਲਿਕਟ ਜਿਹੜਾ ਆ ਉਹ ਦਿਨੋਂ ਦਿਨ ਉਹਦਾ ਜਿਹੜਾ ਖੇਤਰ ਆ ਜਾਂ ਘੇਰਾ ਆ ਉਹ ਵੱਧਦਾ ਜਾ ਰਿਹਾ ਆ। ਤੇ ਈਰਾਨ ਦਾ ਜਿਹੜਾ 3 ਦਿਨ ਪਹਿਲਾਂ ਇਜ਼ਰਾਈਲ ਦੇ ਉੱਤੇ ਹਮਲਾ ਸੀ ਜਿਹਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਮਿਸਾਈਲਸ ਨੇ ਇਜ਼ਰਾਈਲ ਵੱਲ ਛੱਡੀਆਂ ਗਈਆਂ। ਹਾਲਾਂਕਿ ਉਸ ਹਮਲੇ ਨੇ ਕਿੰਨਾ ਕੁ ਨੁਕਸਾਨ ਇਜ਼ਰਾਈਲ ਦਾ ਕੀਤਾ ਆ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਬਾਹਰ ਨਹੀਂ ਆਈ ਆ ਜੀ। ਪਰ ਇਹ ਜ਼ਰੂਰ ਆ ਕਿ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਰਵੱਈਆ ਆ ਈਰਾਨ ਦਾ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਉਹ ਉਸ ਹਮਲੇ ਦੇ ਨਾਲ ਸਪਸ਼ਟ ਹੋਇਆ, ਜਿਹਦੇ ਬਾਰੇ ਅੱਜ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਆ, ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਬੜੀ ਇੱਕ ਉਹਨਾਂ ਦੀ ਰੇਅਰ ਜਿਹੜੀ ਆ ਪ੍ਰੈਜ਼ੈਂਸ ਹੈਗੀ ਸੀ ਕਿਉਂਕਿ ਉਹ ਬੜੇ ਘੱਟ ਇਸ ਤਰੀਕੇ ਦੇ ਨਾਲ ਪਬਲਿਕ ਅਪੀਅਰੈਂਸ 'ਚ ਆਉਂਦੇ ਆ ਤੇ ਉਹਨਾਂ ਵੱਲੋਂ ਆ ਕੇ ਤੇ ਜਿਹੜੀ ਵਰਡਿੰਗ ਯੂਜ਼ ਕੀਤੀ ਗਈ ਆ ਇਸ ਸਾਰੇ ਅਟੈਕ ਦੇ ਲਈ, ਉਹਦੇ ਵਿੱਚ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹ ਹਮਲਾ ਸੀ ਈਰਾਨ ਦਾ ਉਹ ਉਹਨਾਂ ਨੇ ਕਿਹਾ ਕਰੈਕਟ, ਲੌਜੀਕਲ ਐਂਡ ਲਾਫੁਲ। ਜੀ ਇਹ ਜਿਹੜਾ ਈਰਾਨ ਨੇ ਅਟੈਕ ਕੀਤਾ ਇਜ਼ਰਾਈਲ ਤੇ ਉਹਨੂੰ ਵਾਜਬ ਦੱਸਿਆ ਆ ਪੂਰੀ ਤਰ੍ਹਾਂ। ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਇਹ ਹਮਲਾ ਸੀ ਇਹ ਈਰਾਨ ਜਿਹੜੇ ਇਜ਼ਰਾਈਲ ਦੇ ਐਕਟ ਆ ਉਸ ਖਿੱਤੇ ਦੇ ਵਿੱਚ ਸਪੈਸ਼ਲੀ ਗਾਜ਼ਾ ਦੇ ਵਿੱਚ ਤੇ ਲੈਬਨਾਨ ਦੇ ਵਿੱਚ ਜਿਸ ਤਰੀਕੇ ਦਾ ਹੁਣ ਜਿਹੜੇ ਹਮਲੇ ਆ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਆ ਤੇ ਉਹਦੇ ਲਈ ਮਿਨੀਮਮ ਪਨਿਸ਼ਮੈਂਟ ਇਸ ਹਮਲੇ ਨੂੰ ਦੱਸਿਆ ਆ ਈਰਾਨ ਦੇ ਨੂੰ। ਤੇ ਅੱਗੇ ਵੀ ਜਿਹੜਾ ਆ ਉਹਨਾਂ ਦਾ ਕਹਿਣਾ ਆ ਕਿ ਜਿਹੜਾ ਈਰਾਨ ਆ ਉਹ ਇਜ਼ਰਾਈਲ ਦੇ ਨਾਲ ਹਰ ਤਰੀਕੇ ਦਾ ਜਿਹੜੀ ਜੰਗ ਆ ਉਹਦੇ ਲਈ ਉਹ ਤਿਆਰ ਆ। ਤੇ ਉਹਨਾਂ ਨੇ ਆਪਣੀ ਸਪੀਚ ਦਾ ਜਿਹੜਾ ਕੁਛ ਹਿੱਸਾ ਆ ਉਹ ਅਰੇਬਿਕ ਦੇ ਵਿੱਚ ਵੀ ਉਹਨਾਂ ਨੇ ਬੋਲਿਆ, ਜਿਹਦੇ 'ਚ ਖਾਸ ਤੌਰ ਤੇ ਫਿਰ ਉਹਨਾਂ ਨੇ ਲੈਬਨਾਨ ਤੇ ਜਿਹੜਾ ਗਾਜ਼ਾ ਦੇ ਲੋਕ ਜਿਹੜੇ ਕਿ ਅਰੇਬਿਕ ਸਪੀਕਿੰਗ ਆ ਉਹਨਾਂ ਨੂੰ ਐਡਰੈਸ ਹੁੰਦੇ ਆ ਜਿਹੜੀ ਉਹਨਾਂ ਨੇ ਗੱਲ ਕਹੀ ਆ। ਤੇ ਉਹਨਾਂ ਦਾ ਜਿਹੜਾ ਕਹਿਣਾ ਸੀ ਕਿ ਜਿਹੜਾ ਹਮਾਸ ਤੇ ਹਿਜ਼ਬੁੱਲਾ ਨੂੰ ਜਿਹੜੀ ਸਪੋਰਟ ਆ ਉਹ ਉਹਨਾਂ ਨੇ ਵਰਡ ਯੂਜ਼ ਕੀਤੇ ਆ ਕਿ ਵਾਈਟਲ ਸਰਵਿਸ ਟੂ ਦਾ ਇੰਟਾਇਰ ਰੀਜਨ ਐਂਡ ਦਾ ਇੰਟਾਇਰ ਇਸਲਾਮਿਕ ਵਰਲਡ।
ਤਾਂ ਜਿਹੜੀ ਇਹ ਸ਼ਬਦਾਵਲੀ ਆ ਮਤਲਬ ਇਰਾਨ ਦੇ ਸੁਪਰੀਮ ਲੀਡਰ ਦੀ, ਉਹ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਟਕਰਾਅ ਆ ਉਹਨੂੰ ਪੈਨ ਇਸਲਾਮਿਕ ਸਟਰਗਲ ਬਣਾਉਣ ਵੱਲ ਨੂੰ ਇਸ਼ਾਰਾ ਕਰ ਰਹੀ ਆ। ਤੇ ਇਹ ਇਰਾਨ ਜਿਹੜਾ ਆ ਉਹਦੀ ਅਪਰੋਚ ਪਿਛਲੇ ਕੁਝ ਸਮੇਂ ਤੋਂ ਉਹ ਇਸੇ ਤਰੀਕੇ ਦੀ ਨਜ਼ਰ ਆ ਰਹੀ ਆ ਕਿ ਉਹ ਸਾਰੇ ਇਸਲਾਮਿਕ ਜਗਤ ਨੂੰ, ਭਾਵੇਂ ਉਹਨਾਂ ਦੇ ਵਿੱਚ ਆਪਸੀ ਜਿਹੜੇ ਸਿਧਾਂਤਕ ਤੌਰ ਤੇ ਵਖਰੇਵੇਂ ਹੋਣ, ਸ਼ੀਆ ਸੁੰਨੀ ਦੇ ਜਿਹੜੇ ਆਪਸੀ ਵਖਰੇਵੇਂ ਆ, ਉਹਨਾਂ ਨੂੰ ਪਾਸੇ ਰੱਖ ਕੇ ਇਰਾਨ ਨੇ ਇਹ ਸੱਦਾ ਸਾਰੇ ਇਸਲਾਮਿਕ ਵਰਲਡ ਨੂੰ ਪਿਛਲੇ ਕੁਝ ਦਿਨਾਂ ਤੋਂ ਦੇਣਾ ਸ਼ੁਰੂ ਕੀਤਾ ਆ ਕਿ ਜਿਹੜੀ ਇਹ ਇਸਲਾਮਿਕ ਪੋਪੂਲੇਸ਼ਨ ਦੇ ਉੱਤੇ ਅਟੈਕ ਜਿਊਜ਼ ਵੱਲੋਂ ਕੀਤਾ ਜਾ ਰਿਹਾ ਹੈ, ਉਹਦੇ ਖਿਲਾਫ ਸਾਰਾ ਇਸਲਾਮਿਕ ਜਗਤ ਇੱਕ ਹੋ ਕੇ ਇਸ ਲੜਾਈ ਨੂੰ ਲੜੇ। ਤੇ ਇਹਦਾ ਅਸਰ ਕਿੰਨਾ ਕੁ ਹੁੰਦਾ ਆ ਅੱਗੇ, ਜਾਂ ਜਿਹੜਾ ਇਹ ਟਕਰਾਅ ਆ ਉਹ ਕਿੰਨਾ ਕੁ ਹੋਰ ਵਿਸ਼ਾਲ ਰੂਪ ਲੈ ਕੇ ਤੇ ਜਿਹੜੀ ਸ਼ੀਆ ਸੁੰਨੀ ਦਾ ਆਪਸੀ ਵਖਰੇਵਾਂ ਆ ਉਹਨੂੰ ਓਵਰਰਾਈਡ ਕਰਕੇ ਇਸਲਾਮਿਕ ਯੂਨਿਟੀ ਦੇ ਵਿੱਚ ਕਿੰਨਾ ਕੁ ਤਬਦੀਲ ਹੁੰਦਾ, ਇਹ ਤਾਂ ਭਵਿੱਖ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ। ਪਰ ਅਮਰਵੀਰ ਸਿੰਘ ਜੀ ਇਹ ਸਪਸ਼ਟ ਆ ਕਿ ਇਰਾਨ ਦਾ ਇਹ ਅਟੈਕ ਤੇ ਉਸ ਤੋਂ ਬਾਅਦ ਇਜ਼ਰਾਈਲ ਦਾ ਜਿਹੜਾ ਨੇਤਨਯਾਹੂ ਦਾ ਕਮੈਂਟ ਸੀ ਕਿ ਉਹ ਇਹਦੇ ਤੇ ਵੱਡਾ ਜਿਹੜਾ ਆ ਸਖਤ ਜਵਾਬੀ ਕਾਰਵਾਈ ਕਰਨਗੇ, ਜਿਹਦੀ ਉਡੀਕ ਹਜੇ ਸਾਰੀ ਦੁਨੀਆ ਕਰ ਰਹੀ ਆ ਕਿ ਇਜ਼ਰਾਈਲ ਕੀ ਐਕਸ਼ਨ ਕਰਦਾ ਆ। ਵੀ ਇਹ ਸਾਰੀਆਂ ਗੱਲਾਂ ਇਸ਼ਾਰਾ ਕਰ ਰਹੀਆਂ ਨੇ ਕਿ ਜਿਹੜਾ ਮਿਡਲ ਈਸਟ ਆ ਉੱਥੇ ਗਾਜ਼ਾ ਤੋਂ ਸ਼ੁਰੂ ਹੋਇਆ ਜਿਹੜਾ ਟਕਰਾਅ ਆ ਉਹ ਹੁਣ ਇੱਕ ਵੱਡੀ ਜੰਗ ਦਾ ਰੂਪ ਲੈਂਦਾ ਜਾ ਰਿਹਾ। ਤੇ ਜਿਹਦੇ ਲਈ ਕੁਛ ਜਿਹੜੀਆਂ ਅਸੀਂ ਕਹਿ ਸਕਦੇ ਆ ਵੀ ਜਿਹੜੇ ਇਸ਼ਾਰੇ ਹੁੰਦੇ ਆ ਜੋ ਮਿਲ ਰਹੇ ਆ, ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਉਹ ਸਿਚੁਏਸ਼ਨ ਸਾਂਝੀ ਕਰਨੀ ਚਾਹੁੰਦਾ ਕਿ ਉੱਥੇ ਖਿੱਤੇ 'ਚ ਚੱਲ ਕੀ ਰਿਹਾ ਆ। ਸਭ ਤੋਂ ਵੱਡੀ ਤਾਂ ਅਪਡੇਟ ਇਹੀ ਸੀ ਜਿਹੜਾ ਇਰਾਨ ਦੇ ਸੁਪਰੀਮ ਲੀਡਰ ਦੀ ਸਟੇਟਮੈਂਟ ਆਈ ਆ। ਤੇ ਉਸ ਤੋਂ ਇਲਾਵਾ ਵੱਡੇ ਪੱਧਰ ਤੇ ਜਿਹੜੇ ਮੁਲਕ ਆ ਉਹਨਾਂ ਨੇ ਜਿਹੜੇ ਆਪਣੇ ਵਸਿੰਦੇ ਆ ਇਸ ਸਾਰੇ ਇਲਾਕੇ ਚੋਂ, ਉਹਨਾਂ ਦੇ ਲਈ ਜਿਹੜੇ ਇਵੈਕੂਏਸ਼ਨ ਪ੍ਰੋਗਰਾਮਸ ਨੇ ਉਹ ਅਮਰਵੀਰ ਸਿੰਘ ਜੀ ਸ਼ੁਰੂ ਕੀਤੇ ਆ, ਜਿਹਦੇ 'ਚ ਦੁਨੀਆ ਦਾ ਹਰ ਮੁਲਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਨੈਦਰਲੈਂਡ ਨੇ ਆਪਣੇ ਮਿਲਟਰੀ ਪਲੇਨ ਜਿਹੜੇ ਆ ਉਹ ਭੇਜਿਆ, ਲੈਬਨਾਨ ਤੋਂ ਖਾਸ ਕਰਕੇ ਜਿਹੜੇ ਆਪਣੇ ਸਿਟੀਜ਼ਨ ਆ ਉਹਨਾਂ ਨੂੰ ਸਾਰੇ ਮੁਲਕ ਕੱਢ ਰਹੇ ਆ। ਤੇ ਨਾਲ ਇੱਕ ਵੱਡੀ ਅਪਡੇਟ ਇਹ ਵੀ ਆ ਕਿ ਰਸ਼ੀਆ ਨੇ ਇਜ਼ਰਾਈਲ ਦੇ ਵਿੱਚ ਲਗਭਗ 1.5 ਮਿਲੀਅਨ ਜਿਹੜੇ ਰਸ਼ੀਅਨ ਸਿਵਿਲੀਅਨ ਆ, ਸਿਟੀਜ਼ਨ ਆ, ਉਹ ਇਸ ਸਮੇਂ ਦੱਸਿਆ ਜਾ ਰਿਹਾ ਕਿ ਜਿਹੜੇ ਰਹਿ ਰਹੇ ਆ। ਤੇ ਰਸ਼ੀਆ ਨੇ ਉਹਨਾਂ ਨੂੰ ਇਹ ਗੱਲ ਕਲੀਅਰ ਕਰਤੀ ਆ ਕਿ ਬੜੀ ਛੇਤੀ ਕੁਝ ਵੀ ਵੱਡਾ ਵਾਪਰ ਸਕਦਾ ਆ ਤੇ ਉਹ ਜਿੰਨਾ ਜਲਦੀ ਹੋ ਸਕੇ ਇਜ਼ਰਾਈਲ ਛੱਡ ਕੇ ਤੇ ਉੱਥੋਂ ਬਾਹਰ ਨਿਕਲਣ। ਤੇ ਜਿਹੜੀ ਇਹ ਸਟੇਟਮੈਂਟ ਆ ਰਸ਼ੀਆ ਦੀ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੰਡੀਕੇਸ਼ਨ ਆ। ਤੇ ਜਿਸ ਤਰੀਕੇ ਦੇ ਨਾਲ ਲੈਬਨਾਨ ਦੇ ਵਿੱਚੋਂ ਲੋਕਾਂ ਨੂੰ ਵੱਖ-ਵੱਖ ਮੁਲਕ ਕੱਢ ਰਹੇ ਆ, ਤਾਂ ਉਹ ਗੱਲ ਮਤਲਬ ਇਹ ਗੱਲ ਇਸ਼ਾਰਾ ਕਰਦੀ ਆ ਕਿ ਜਿਹੜੀ ਇਹ ਜੰਗ ਆ ਇਹ ਕਿਸੇ ਵੀ ਸਮੇਂ, ਜਿਵੇਂ ਇਸ ਜੰਗ ਦਾ ਇਹ ਰਿਹਾ ਅਮਰਵੀਰ ਸਿੰਘ ਜੀ ਕਿ ਜਿਵੇਂ ਬ੍ਰੇਕਿੰਗ ਨਿਊਜ਼ ਆਉਂਦੀ ਆ ਉਵੇਂ ਹੀ ਜਿਹੜੀ ਹਰ ਘਟਨਾ ਆ ਉਹਦੇ ਬਾਰੇ ਜਿਹੜੀ ਖਬਰ ਆ ਸਾਰੀ ਦੁਨੀਆ 'ਚ ਫੈਲਦੀ ਆ ਕਿ ਕੋਈ ਵੱਡਾ ਅਟੈਕ ਕਿਸੇ ਵੀ ਧਿਰ ਵੱਲੋਂ ਜਦੋਂ ਕੀਤਾ ਜਾਂਦਾ ਤਾਂ ਇਜ਼ਰਾਈਲ ਦੇ ਉੱਤੇ ਹੁਣ ਨਜ਼ਰਾਂ ਆ। ਜਿਹਦੇ ਬਾਰੇ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਆ ਕਿ CNN ਜਿਹੜਾ ਆ ਉਹਨਾਂ ਨੇ ਇਹ ਖਬਰ ਲਾਈ ਆ ਕਿ CNN ਦੇ ਜਿਹੜੇ ਜਰਨਲਿਸਟ ਆ ਉਹਨਾਂ ਨਾਲ ਗੱਲ ਕਰਦੇ ਆ, US ਦੇ ਜਿਹੜੇ ਹਾਈ ਮਿਲਟਰੀ ਅਫੀਸ਼ੀਅਲਸ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਜ਼ਰਾਈਲ ਆ ਉਹਨੇ ਇਸ ਗੱਲ ਨੂੰ ਰੂਲ ਆਊਟ ਨਹੀਂ ਕੀਤਾ ਆ ਕਿ ਉਹ ਇਰਾਨ ਦੇ ਜਿਹੜਾ ਨਿਊਕਲੀਅਰ ਇਨਫਰਾਸਟਰਕਚਰ ਆ ਉਹਦੇ ਤੇ ਅਟੈਕ ਨਹੀਂ ਕਰੇਗਾ। ਤਾਂ ਇਹ ਇਸ ਸਮੇਂ ਸਭ ਤੋਂ ਵੱਡਾ ਖਤਰਾ ਇਸੇ ਗੱਲ ਦਾ ਜਾਪ ਰਿਹਾ ਕਿ ਇਜ਼ਰਾਈਲ ਹੋ ਸਕਦਾ ਕਿ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਇਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਨੇ ਉਹਨਾਂ ਨੂੰ ਟਾਰਗੇਟ ਕਰੇ। ਜੇ ਇਹੋ ਜਿਹਾ ਕੁਝ ਵੀ ਵਾਪਰਦਾ ਆ ਤਾਂ ਉਹਦੇ ਨਾਲ ਇਰਾਨ ਦੇ ਵਿੱਚ ਵੱਡਾ ਜਾਨੀ ਨੁਕਸਾਨ ਹੋਣ ਦੇ ਖਦਸ਼ੇ ਆ। ਤੇ ਉਸ ਤੋਂ ਬਾਅਦ ਫਿਰ ਇਰਾਨ ਦੇ ਵੱਲੋਂ ਵੀ ਜਿਹੜਾ ਕੋਈ ਵੱਡਾ ਅਟੈਕ ਆ ਇਜ਼ਰਾਈਲ ਵੱਲ ਜਿਹੜਾ ਆ ਉਹ ਕੀਤਾ ਜਾ ਸਕਦਾ, ਜਿਹਦੇ ਨਾਲ ਜੰਗ ਜਿਹੜੀ ਆ ਉਹ ਬਹੁਤ ਵੱਡਾ ਰੂਪ ਲੈ ਸਕਦੀ ਆ ਇਹ। ਤੇ ਪਰ ਹੁਣ ਇਹੀ ਆ ਵੀ ਅੱਗੇ ਕਿਹੋ ਜਿਹਾ ਜਿਹੜਾ ਜਵਾਬੀ ਹਮਲਾ ਇਜ਼ਰਾਈਲ ਕਰਦਾ ਆ ਇਹਦੇ ਬਾਰੇ ਸਪਸ਼ਟਤਾ ਕੁਝ ਨਹੀਂ, ਅਸੀਂ ਵੀ ਮਤਲਬ ਕੋਈ ਸਪਸ਼ਟਤਾ ਨਾਲ ਗੱਲ ਨਹੀਂ ਕਹਿ ਸਕਦੇ। ਪਰ ਇੰਨਾ ਜ਼ਰੂਰ ਆ ਜੇ ਸਿੱਖ ਨਜ਼ਰੀਏ ਤੋਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਣਾ ਹੋਵੇ ਤਾਂ ਅਮਰਵੀਰ ਸਿੰਘ ਇਹ ਆ ਕਿ ਜਿਹੜੀ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਗੱਲ ਆ ਕਿ ਜਿਹਦੇ ਬਾਰੇ ਇੱਕ ਬੜੀ ਸੋਹਣੀ ਕਿਤਾਬ ਲਗਭਗ 1990 ਦੇ ਅੱਧ ਦੇ ਵਿੱਚ, ਜਿਹੜਾ 90 ਦਾ ਦਹਾਕਾ ਸੀ ਉਹਦੇ ਅੱਧ ਦੇ ਵਿਚਾਲੇ ਸੈਮੂਅਲ ਪੀ ਹੰਟਿੰਗਟਨ ਨੇ ਲਿਖੀ ਸੀ। ਤੇ ਜਦੋਂ ਉਸ ਕਿਤਾਬ ਨੂੰ ਮਤਲਬ ਜਿਹੜਾ ਬੰਦਿਆਂ ਨੇ ਪੜ੍ਹਿਆ ਆ ਤੇ ਅੱਜ ਦੀ ਜਿਹੜੀ ਸਿਚੁਏਸ਼ਨ ਅਸੀਂ ਸਾਰੀ ਦੇਖ ਰਹੇ ਆ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਸ ਕਿਤਾਬ ਦੇ ਵਿੱਚ
ਜਿਵੇਂ ਦਾ ਐਕਸਪਲੇਨ ਕੀਤਾ ਗਿਆ ਸੀ ਕਿ ਜਿਹੜਾ ਤੀਜਾ ਵਿਸ਼ਵ ਯੁੱਧ ਆ ਜਾਂ ਦੁਨੀਆ ਦਾ ਵੱਡਾ ਟਕਰਾਅ ਆ ਜਿਹੜਾ, ਉਹ ਜਿਹੜੀਆਂ ਵੱਡੀਆਂ ਸੱਭਿਅਤਾਵਾਂ ਆ ਉਹ ਕਿਵੇਂ ਇੱਕ ਦੂਜੇ, ਕਿਹੜੀ ਸੱਭਿਅਤਾ ਕਿਹਦੇ ਨਾਲ ਅਲਾਈ ਹੋਊਗੀ ਤੇ ਕਿਹਨਾਂ ਦਾ ਟਕਰਾਅ ਹੋਊਗਾ, ਤਾਂ ਉਹ ਸਾਰੀ ਚੀਜ਼ ਬਣਦੀ ਨਜ਼ਰ ਆ ਰਹੀ ਆ। ਤੇ ਜਿਹਦੇ ਵਿੱਚ ਇਹ ਲੱਗ ਰਿਹਾ ਕਿ ਜਿਹੜੀ ਵੈਸਟਰਨ ਬਲੋਕ ਆ, ਜਿਹੜਾ ਵੈਸਟਰਨ ਸਿਵਲਾਈਜੇਸ਼ਨ ਆ, ਜਿਹਨੂੰ ਆਪਾਂ ਜਿਹੜਾ ਕਹਿੰਦੇ ਆ ਕੈਥੋਲਿਕ ਕ੍ਰਿਸਚੈਨਿਟੀ ਨੂੰ ਵੀ ਜਿਹੜੀ ਰਿਪਰੈਜ਼ੈਂਟ ਕਰਦੀ ਆ ਜੀ, ਤੇ ਉਹਨਾਂ ਦਾ ਇੱਕ ਪਾਸੇ ਤੇ ਦੂਜੇ ਪਾਸੇ ਆਰਥੋਡਾਕਸ ਕ੍ਰਿਸਚੈਨਿਟੀ ਨੂੰ ਜਿਹੜੀ ਰਸ਼ੀਅਨ ਫੈਡਰੇਸ਼ਨ ਆ ਜਿਹੜੀ ਰਿਪਰੈਜ਼ੈਂਟ ਕਰਦੀ ਆ, ਜਿਹਦੇ ਬਾਰੇ ਉਹਨੇ ਐਕਸਪਲੇਨ ਕੀਤਾ ਸੀ, ਤੇ ਨਾਲ ਇਸਲਾਮਿਕ ਸਿਵਲਾਈਜੇਸ਼ਨ ਇੱਕ ਧਿਰ ਵਾਂਗ, ਤੇ ਇੱਕ ਪਾਸੇ ਹਿੰਦੂ ਸਿਵਲਾਈਜੇਸ਼ਨ ਵੀ ਅਸੀਂ ਇੰਡੀਆ ਦੇ ਰੂਪ ਦੇ ਵਿੱਚ ਇੱਕ ਵੱਡੀ ਅੱਜ ਤਾਕਤ ਦੇ ਤੌਰ ਤੇ ਸਾਰੀ ਜੀਓਪੋਲਿਟਿਕਸ 'ਚ ਦੇਖ ਰਹੇ ਆ। ਤਾਂ ਇਹਨਾਂ ਦਾ ਟਕਰਾਅ ਹੁੰਦਾ ਨਜ਼ਰ ਆ ਰਿਹਾ, ਤੇ ਇਹ ਟਕਰਾਅ ਜਿਹੜਾ ਆ ਇਹ ਸਾਰੀ ਦੁਨੀਆ ਦੇ ਵਿੱਚ ਫੈਲਣ ਦੀਆਂ ਸੰਭਾਵਨਾਵਾਂ ਨੇ। ਜਿੱਥੇ ਇੱਕ ਪਾਸੇ ਯੂਰਪ ਦੇ ਵਿੱਚ ਰਸ਼ੀਆ ਯੂਕਰੇਨ ਆਲਰੇਡੀ ਵਾਰ ਜਿਹੜੀ ਆ ਸ਼ੁਰੂ ਹੋ ਚੁੱਕੀ ਆ, ਤੇ ਦੂਜੇ ਪਾਸੇ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਆ ਆਲਰੇਡੀ ਸ਼ੁਰੂ ਹੋ ਚੁੱਕੀ ਆ, ਤੇ ਤੀਜੇ ਪਾਸੇ ਤਾਇਵਾਨ ਵਾਲੇ ਜਿਹੜਾ ਸਾਊਥ ਚਾਈਨਾ ਸੀ ਆ ਜਾਂ ਇੰਡੀਅਨ ਓਸ਼ਨ ਆ, ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਹਾਲਾਤ ਨੇ ਉਹ ਲਗਾਤਾਰ ਖਿੱਚੋਤਾਣ ਵਾਲੇ ਚੱਲ ਰਹੇ ਆ। ਤੇ ਇਹ ਵੀ ਕਿਹਾ ਜਾ ਰਿਹਾ ਕਿ ਸਭ ਤੋਂ ਵੱਡਾ ਜਿਹੜਾ ਫਲੇਅਰ ਅਪ ਪੁਆਇੰਟ ਆ ਇਹ ਅਗਲੇ ਵੱਡੇ ਟਕਰਾਅ ਦਾ, ਉਹ ਮਤਲਬ ਏਸ਼ੀਆ ਦਾ ਹੀ ਉਹ ਖਿੱਤਾ ਬਣਨਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਿੱਖਾਂ ਦੇ ਲਈ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਨਜ਼ਰ ਰੱਖਣੀ ਬੜੀ ਜ਼ਰੂਰੀ ਆ ਕਿ ਕਿਹੜੀ ਧਿਰ ਕਿਹੜੇ ਪਾਸੇ ਜਾ ਰਹੀ ਆ, ਤੇ ਖਾਸ ਤੌਰ ਤੇ ਜਿਹੜਾ ਇੰਡੀਆ ਦੀ ਸਾਰੀ ਫੋਰਨ ਪੋਲਿਸੀ ਆ ਇਸ ਸਿਚੁਏਸ਼ਨ ਦੇ ਵਿੱਚ ਉਹ ਕਿਹੜੇ ਪਾਸੇ ਜਾ ਰਹੀ ਆ, ਇੰਡੀਆ ਕਿਹੜੀਆਂ ਧਿਰਾਂ ਦੇ ਨਾਲ ਅਲਾਈ ਹੋ ਰਿਹਾ ਆ, ਹਰੇਕ ਘਟਨਾ ਦੇ ਉੱਤੇ ਇੰਡੀਆ ਦਾ ਸਟੈਂਡ ਕੀ ਆ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸਿੱਖਾਂ ਨੂੰ ਅੱਜ ਜ਼ਰੂਰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਤੇ ਉਸੇ ਮੁਤਾਬਕ ਜਿਹੜੀ ਆਪਣੀ ਅਗਲੀ ਰਣਨੀਤੀ ਆ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਸਥਾਵਾਂ ਨੂੰ ਉਹ ਘੜਨੀ ਚਾਹੀਦੀ ਆ, ਜਿਹਦੇ ਚੋਂ ਜਿਹੜਾ ਸਿੱਖਾਂ ਦਾ ਅਗਲਾ ਭਵਿੱਖ ਦਾ ਰਾਹ ਆ ਉਹ ਸਿੱਖ ਆਪ ਤੈਅ ਕਰ ਸਕਣ। ਜੀ ਬਿਲਕੁਲ, ਨਹੀਂ ਇਹ ਇੱਕ ਦੇਖਣ ਵਾਲੀ ਗੱਲ ਹੈਗੀ ਹੈ। ਇੱਕ ਹੋਰ ਛੋਟਾ ਜਿਹਾ ਇਹਦੇ 'ਚ ਮੈਂ ਉਹ ਕਰਨਾ ਚਾਹਾਂ ਵੀ ਜਿਵੇਂ ਤੁਸੀਂ ਪੈਨ ਇਸਲਾਮਿਕ ਇੱਕ ਹੋਕਾ ਜਿਹੜਾ ਦਿੱਤਾ ਆ ਖਮੀਨੀ ਵੱਲੋਂ ਦਿੱਤਾ ਗਿਆ ਆ, ਇਹਦੀ ਕੀ ਪੋਸੀਬਿਲਿਟੀ ਨਜ਼ਰ ਆਉਂਦੀ ਹੈ? ਕਿਉਂਕਿ ਓਵਰਆਲ ਜਿਹੜਾ ਸ਼ੀਆ ਸੁੰਨੀ ਦਾ ਇਹਨਾਂ ਦਾ ਸਿਧਾਂਤਕ ਵਖਰੇਵਾਂ ਹੈਗਾ, ਉਹਦੇ ਚੱਲਦਿਆਂ ਹੁਣ ਤੱਕ ਦੀ ਸਿਚੁਏਸ਼ਨ ਮੁਤਾਬਕ ਇਹੀ ਹੈ ਵੀ ਈਰਾਨ ਇਕੱਲਾ ਅਲੱਗ ਥਲੱਗ ਨਜ਼ਰ ਆ ਰਿਹਾ ਆ, ਪਰ ਟਰਕੀ ਦੇ ਇੱਧਰ ਆਉਣ ਦੇ ਕੀ ਅਸਾਰ ਹੈਗੇ ਆ, ਜਾਂ ਓਵਰਆਲ ਜਿਵੇਂ ਅਸੀਂ ਰਸ਼ੀਆ ਦਾ ਜ਼ਿਕਰ ਕੀਤਾ ਆ, ਰਸ਼ੀਆ ਦੇ ਕੀ ਚਾਂਸਸ ਨੇ ਕਿ ਉਹ ਇਸ ਕਨਫਲਿਕਟ ਦਾ ਹਿੱਸਾ ਬਣ ਸਕਦਾ ਹੈ, ਜਾਂ ਈਵਨ ਉਹਦੇ ਤੋਂ ਵੀ ਬਿਯੋਂਡ ਜਾਂਦਿਆਂ ਚਾਈਨਾ ਦੇ ਕੀ ਅਸਾਰ ਨੇ? ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਜ਼ਰਾਈਲ ਵੱਲੋਂ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ ਅਟੈਕ ਕੀਤਾ ਜਾ ਸਕਦਾ ਈਰਾਨ ਦੇ, ਤੇ ਉਸ ਸਿਚੁਏਸ਼ਨ ਦੇ ਵਿੱਚ ਈਰਾਨ ਦੇ ਵਿੱਚ ਜਿਹੜੀ ਤਬਾਹੀ ਹੋਣੀ ਆ ਉਹਨੇ ਚਾਈਨਾ ਨੂੰ ਵੀ ਥ੍ਰੈਟ ਭੇਜਣਾ ਆ, ਕਿਉਂਕਿ ਚਾਈਨਾ ਦੀਆਂ ਵੱਡੀਆਂ ਇਨਵੈਸਟਮੈਂਟਸ ਜਿਹੜੀਆਂ ਨੇ ਉਹ ਈਰਾਨ ਦੇ ਵਿੱਚ ਲੱਗੀਆਂ ਹੋਈਆਂ ਨੇ, ਉਹਨਾਂ ਦੀ ਜਿਹੜੀ ਪੋਰਟ ਦੀ ਐਕਸੈਸ ਹੈਗੀ ਆ ਉਹ ਈਰਾਨ ਦੇ ਰਾਹੀਂ ਹੈਗੀ ਹੈ। ਸੋ ਈਰਾਨ ਦੀ ਸਟੇਬਿਲਿਟੀ ਚਾਈਨਾ ਦੇ ਲਈ ਵੀ ਜ਼ਰੂਰੀ ਹੈ। ਚਾਈਨਾ ਕਦੇ ਨਹੀਂ ਚਾਹੂਗਾ ਕਿ ਈਰਾਨ ਇਨਸਟੇਬਲ ਹੋਵੇ ਉਸ ਲੈਵਲ ਦੇ ਉੱਤੇ ਜਾ ਕੇ। ਸੋ ਇਹਦੇ ਵਧਣ ਦੇ ਜਿਹੜੇ ਅਸਾਰ ਹੈਗੇ ਓਬਵੀਅਸਲੀ ਉਹ ਇਜ਼ਰਾਈਲ ਦੀ ਪ੍ਰੋਵੋਕੇਸ਼ਨ ਦੇ ਉੱਤੇ ਜਾਂ ਇਜ਼ਰਾਈਲ ਦੇ ਅਗਲੇ ਐਕਸ਼ਨਸ ਦੇ ਉੱਤੇ ਡਿਪੈਂਡ ਕਰਦੇ ਆ। ਅਤੇ ਇਸ ਵਕਤ ਵੀ ਇਜ਼ਰਾਈਲ ਵੱਲੋਂ ਲਗਾਤਾਰਤਾ ਦੇ ਨਾਲ ਹੁਣ ਗਰਾਊਂਡ ਦੇ ਰਾਹੀਂ ਵੀ ਜਿਹੜੀ ਲਿਬਨਾਨ ਦੇ ਵਿੱਚ ਹੈ ਉਹ ਇੰਟਰੂਜਨ ਕੀਤੀ ਜਾ ਰਹੀ ਹੈ, ਹਿਜ਼ਬੁੱਲਾ ਦੇ ਉੱਤੇ ਲਗਾਤਾਰ ਅਟੈਕ ਕੀਤੇ ਜਾ ਰਹੇ ਨੇ। ਹੁਣੇ ਹੀ ਮਤਲਬ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ ਉਹਨਾਂ ਨੂੰ ਹੀ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਆਉਂਦਾ ਕਿ ਇਜ਼ਰਾਈਲ ਗਰਾਊਂਡ ਟਰੂਪਸ ਜਿਹੜੇ ਆ ਉਹ ਭੇਜ ਰਿਹਾ ਆ ਲਿਬਨਾਨ, ਬੇਰੂਤ ਦੇ ਵਿੱਚ ਜਿਹੜੇ ਆ ਹਮਲੇ ਹੋ ਰਹੇ ਆ, ਹਿਜ਼ਬੁੱਲਾ ਨੂੰ ਅਟੈਕ ਕੀਤਾ ਜਾ ਰਿਹਾ ਆ। ਈਵਨ ਜਿਹੜੀਆਂ ਸੰਭਾਵਨਾਵਾਂ ਯਮਨ ਜਾਂ ਬਾਕੀ ਥਾਵਾਂ ਦੇ ਉੱਤੇ ਈਰਾਨ ਤੱਕ ਵੀ ਜਿਹੜੀ ਆ ਉਹ ਪਹੁੰਚ ਦੀਆਂ ਸੰਭਾਵਨਾਵਾਂ ਇਸ ਵਕਤ ਬਣੀਆਂ ਹੋਈਆਂ ਨੇ। ਸੋ ਇਹਨੂੰ ਬਰੋਡਰ ਕੰਟੈਕਸਟ ਦੇ ਵਿੱਚ ਦੇਖਦਿਆਂ ਹੋਇਆਂ OIC ਦੀ ਗੱਲ ਹੋਵੇ ਜਾਂ ਰਸ਼ੀਆ ਅਤੇ ਚਾਈਨਾ ਦੇ ਪਰਸਪੈਕਟਿਵ ਤੋਂ ਕੀ ਸਮਝਦੇ ਹੋ ਕਿ ਕਿੰਨੀ ਕੁ ਪੋਸੀਬਿਲਿਟੀ ਜਾਂ ਰਿਐਲਿਟੀ ਨਜ਼ਰ ਆਉਂਦੀ ਹੈ? ਬਿਲਕੁਲ ਜੀ ਅਮਰਵੀਰ ਸਿੰਘ ਜੀ, ਅੱਜ ਦੀ ਇੱਕ ਲੇਟੈਸਟ ਖਬਰ ਦੇ ਹਵਾਲੇ ਨਾਲ ਆਪਾਂ ਇਸ ਚੀਜ਼ ਨੂੰ ਸਮਝ ਸਕਦੇ ਹਾਂ। ਇੱਕ ਤਾਈਵਾਨ ਦੇ ਅਫੀਸ਼ੀਅਲ ਨੇ ਜਿਹੜੇ ਕਿ ਤਾਈਵਾਨ ਦੇ ਡੀ ਫੈਕਟੋ US ਐਂਬੈਸਡਰ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ, ਇੱਕ ਸਟੇਟਮੈਂਟ ਦਿੱਤੀ ਆ ਕਿ ਚਾਈਨਾ, ਇਰਾਨ ਐਂਡ ਰਸ਼ੀਆ ਆਰ ਫਾਰਮਿੰਗ ਐਨ ਅਲਾਈਅੰਸ ਦੈਟ ਦ ਰੈਸਟ ਆਫ ਦ ਵਰਲਡ ਸ਼ੁੱਡ ਬੀ ਰੈਡੀ ਫੋਰ। ਮਤਲਬ ਇਹ ਉਹਨਾਂ ਦੇ ਸ਼ਬਦ ਨੇ। ਤੇ ਜਿਹੜਾ ਤੁਹਾਡਾ ਸਵਾਲ ਆ ਉਹ ਆਪਣੇ ਆਪ ਦੇ ਜਿਹੜੀ ਮੈਂ ਤੁਹਾਨੂੰ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਗੱਲ ਕਹੀ ਸੀ, ਉਹ ਕਿਤਾਬ ਬੜੀ ਇੰਟਰਸਟਿੰਗ ਆ, ਪੜ੍ਹਨ ਵਾਲੀ ਆ।
ਤੇ ਉਹਦੇ ਵਿੱਚੋਂ ਵੀ ਤੇ ਤਾਈਵਾਨ ਦੇ ਜਿਹੜੇ ਡੀਫੈਕਟੋ US ਐਂਬੈਸਡਰ ਆ ਉਹ ਦੱਸ ਰਹੇ ਆ ਕਿ ਚਾਈਨਾ, ਈਰਾਨ ਤੇ ਰਸ਼ੀਆ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਅਲਾਇੰਸ ਮਤਲਬ ਕੋਈ ਕਹਿ ਰਿਹਾ ਕਿ ਬਣ ਚੁੱਕਿਆ ਆ, ਕੋਈ ਕਹਿ ਰਿਹਾ ਬਣ ਰਿਹਾ। ਹਾਲਾਂਕਿ ਹਰੇਕ ਮੁਲਕ ਦੇ ਜਦੋਂ ਇੰਨੀਆਂ ਵੱਡੀਆਂ ਇਹਨਾਂ ਜੰਗਾਂ ਦੇ ਵਿੱਚ ਜਿਹੜੇ ਆਪਣੇ ਇੰਟਰਸਟ ਹੁੰਦੇ ਆ ਉਹ ਪਹਿਲ ਤੇ ਹੁੰਦੇ ਆ, ਤੇ ਅਲਾਇੰਸਿਸ ਜਿਹੜੇ ਆ ਉਹ ਦਿਨਾਂ ਦੇ ਵਿੱਚ ਕਈ ਵਾਰ ਮਤਲਬ ਟੁੱਟਦੇ ਵੀ ਆ, ਬਣਦੇ ਵੀ ਆ। ਪਰ ਇੱਕ ਜਿਹੜੀ ਮੋਟੀ ਜੀ ਸਾਰੀ ਫੋਰਮੇਸ਼ਨ ਹੋ ਰਹੀ ਆ ਇਸ ਅਗਲੀ ਵੱਡੀ ਜੰਗ ਦੀ, ਉਹਦੇ 'ਚ ਚਾਈਨਾ, ਈਰਾਨ ਤੇ ਰਸ਼ੀਆ, ਉਸ ਬਲੋਕ ਦੇ ਵਿੱਚ ਹੋਰ ਵੀ ਬੜੇ ਮੁਲਕ ਨੇ, ਪਰ ਇਹ ਜਿਹੜੀਆਂ ਵੱਡੀਆਂ ਤਾਕਤਾਂ ਨੇ ਇਹ ਲਗਭਗ ਇਸ ਸਮੇਂ ਇੱਕ ਹੁੰਦੀਆਂ ਨਜ਼ਰ ਆ ਰਹੀਆਂ ਜੀ। ਤੇ ਜਿਹੜਾ US ਲੈਡ ਬਲੋਕ ਆ, US ਲੈਡ ਬਲੋਕ ਦੇ ਵਿੱਚ ਹੋਰ ਸਾਰੇ ਮੁਲਕ ਨੇ, ਕੈਨੇਡਾ, ਇੰਗਲੈਂਡ ਜਾਂ ਫਾਈਵ ਆਈਜ਼ ਮੁਲਕ ਨੇ, ਹੋਰ ਸਾਰੇ ਆ, ਪਰ US ਉਹਨਾਂ ਨੂੰ ਲੈਡ ਕਰਦਾ। ਤੇ ਦੂਜੇ ਪਾਸੇ ਜਿਹੜਾ ਇਹ ਸਾਰਾ ਬਲੋਕ ਆ ਚਾਈਨਾ, ਈਰਾਨ ਤੇ ਰਸ਼ੀਆ, ਉਹਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਤਾਕਤ ਚਾਈਨਾ ਆ, ਉੱਭਰ ਕੇ ਆ ਰਿਹਾ। ਇਸੇ ਕਰਕੇ ਮੈਂ ਕਹਿ ਰਿਹਾ ਸੀ ਵੀ ਜਿਹੜਾ ਵੱਡੀਆਂ ਤਾਕਤਾਂ ਦਾ ਭੇੜ ਆ ਉਹਦਾ ਕੇਂਦਰ ਭਾਵੇਂ ਅੱਜ ਜੰਗ ਯੂਰਪ ਦੇ ਵਿੱਚ, ਰਸ਼ੀਆ ਯੂਕਰੇਨ 'ਚ ਵੀ ਹੋ ਰਹੀ ਆ ਜੀ, ਤੇ ਇੱਧਰ ਮਿਡਲ ਈਸਟ ਦੇ ਵਿੱਚ ਵੀ ਜੰਗ ਸ਼ੁਰੂ ਹੋ ਚੁੱਕੀ ਆ। ਪਰ ਜਿਹੜਾ ਵੱਡੀ ਜੰਗ ਆ ਉਹਦਾ ਜਿਹੜਾ ਅਖਾੜਾ ਆ ਉਹ ਇਹੀ ਪੋਲੀਟੀਕਲ ਐਨਾਲਿਸਟ ਅੰਦਾਜ਼ਾ ਲਾ ਰਹੇ ਆ ਕਿ ਉਹ ਏਸ਼ੀਆ ਬਣਨ ਜਾ ਰਿਹਾ, ਜਿੱਥੇ ਚਾਈਨਾ ਇੱਕ ਪਾਸੇ ਇੱਕ ਧਿਰ ਨੂੰ ਲੀਡ ਕਰੂਗਾ ਤੇ ਦੂਜੇ ਪਾਸੇ US ਲੀਡ ਕਰੂਗਾ। ਤੇ ਉਹਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਜਿਹੜਾ ਇਹਦੇ 'ਚ ਇੱਕ ਵੱਡੀ ਗੱਲ ਆ ਵੀ ਈਰਾਨ, ਕਿਉਂਕਿ ਸਾਰੀ ਇਸਲਾਮਿਕ ਵਰਲਡ ਨੂੰ ਰੀਪ੍ਰਜੈਂਟ ਨਹੀਂ ਕਰਦਾ, ਈਰਾਨ ਸਿਰਫ ਜਿਹੜਾ ਸ਼ੀਆ ਧੜਾ ਹੈਗਾ ਇਸਲਾਮ ਦਾ ਉਹਦਾ ਲੀਡਰ ਆ। ਪਰ ਤੁਹਾਨੂੰ ਪਿਛਲੇ ਸਾਲ ਦੀ ਆ ਖਬਰ ਆ, ਇੱਕ ਵੱਡੀ ਜਿਹੜੀ ਖਬਰ ਸਾਹਮਣੇ ਆਈ ਸੀ ਕਿ ਚਾਈਨਾ ਦੀ ਵਿਚੋਲਗੀ ਦੇ ਨਾਲ ਮਤਲਬ ਬੜੇ ਸਾਲਾਂ ਬਾਅਦ ਜਿਹੜਾ ਸਾਊਦੀ ਤੇ ਈਰਾਨ ਦੇ ਲੀਡਰ, ਜਿਹੜਾ ਇਸਲਾਮਿਕ ਜਗਤ ਦੇ ਵਿੱਚ ਜਿਹੜਾ ਸਾਊਦੀ ਆ ਉਹ ਸੁੰਨੀ ਕਮਿਊਨਿਟੀ ਨੂੰ, ਸੁੰਨੀ ਧੜੇ ਨੂੰ ਰੀਪ੍ਰਜੈਂਟ ਕਰਦਾ ਤੇ ਈਰਾਨ ਲੀਡ ਕਰਦਾ ਸ਼ੀਆ ਨੂੰ, ਇਹਨਾਂ ਦੇ ਵਿਚਾਲੇ ਜਿਹੜੀ ਆ ਇੱਕ ਬੜੀ ਅਹਿਮ ਜਿਹੜੀ ਗੱਲਬਾਤ ਆ ਉਹ ਚਾਈਨਾ ਦੀ ਵਿਚੋਲਗੀ ਦੇ ਨਾਲ ਸ਼ੁਰੂ ਹੋਈ ਸੀ। ਵੀ ਚਾਈਨਾ, ਉਹ ਸਾਰੀ ਦੁਨੀਆ ਦੇ ਵਿੱਚ ਕਾਫੀ ਉਹਦੀ ਚਰਚਾ ਵੀ ਹੋਈ ਸੀ ਵੀ ਇਹ ਆ ਕਿ ਚਾਈਨਾ ਕਾਫੀ ਪ੍ਰਭਾਵ ਰੱਖਦਾ, ਕਿਉਂਕਿ ਬਾਕੀ ਸਾਰੇ ਮੁਲਕਾਂ ਦੇ ਵਿੱਚ ਤੁਰਕੀ ਵੀ ਜਿਹੜਾ ਆ ਉਹਦਾ ਵੀ ਈਰਾਨ ਦੇ ਨਾਲ ਜਿਹੜੇ ਸੰਬੰਧ ਨੇ ਉਹ ਚਾਈਨਾ ਦੀ ਵਿਚੋਲਗੀ ਦੇ ਨਾਲ, ਤੇ ਰਸ਼ੀਆ ਵੀ ਉਹਦੇ 'ਚ ਵੱਡਾ ਰੋਲ ਪਲੇ ਕਰ ਰਿਹਾ ਵੀ ਉਹਦੇ ਨਾਲ ਉਹ ਸਾਰੇ ਕਿਤੇ ਨਾ ਕਿਤੇ ਕਈ ਗੱਲਾਂ ਤੇ ਅੱਜ ਸਹਿਮਤ ਨਜ਼ਰ ਆ ਰਹੇ ਆ। ਤੇ ਦੂਜੇ ਪਾਸੇ ਭਾਵੇਂ ਗਾਜ਼ਾ ਦੇ ਉੱਤੇ ਜਿਸ ਤਰ੍ਹਾਂ ਦਾ ਅਟੈਕ ਇਜ਼ਰਾਈਲ ਨੇ ਕੀਤਾ ਆ, ਜਿਵੇਂ ਉੱਥੇ ਵੱਡੇ ਪੱਧਰ ਤੇ ਸਿਵਿਲੀਅਨਸ ਦੀ ਡੈਥ ਹੋਈ ਆ, ਤਾਂ ਉਹਨੇ ਇੱਕ ਹੋਰ ਵੱਡਾ ਗਰਾਊਂਡ ਪ੍ਰੋਵਾਈਡ ਕਰਵਾਇਆ ਆ ਕਿ ਜਿੱਥੇ ਜਿਹੜੀ ਇਸਲਾਮਿਕ ਪੋਪੂਲੇਸ਼ਨ ਆ, ਚਾਹੇ ਉਹ ਅਰਬ ਦੀ ਹੋਵੇ, ਚਾਹੇ ਉਹ ਸ਼ੀਆ ਪੋਪੂਲੇਸ਼ਨ ਹੋਵੇ ਈਰਾਨ ਦੀ ਅਗਵਾਈ ਵਾਲੇ ਮੁਲਕਾਂ ਦੀ, ਵੀ ਉਹ ਸਾਰਿਆਂ ਦੇ ਵਿੱਚ ਇੱਕ ਕਾਮਨ ਕੰਸੈਂਸਸ ਇਜ਼ਰਾਈਲ ਦੇ ਖਿਲਾਫ ਆ ਜੀ। ਇਜ਼ਰਾਈਲ ਦੇ ਖਿਲਾਫ ਜਿਹੜਾ ਗੁੱਸਾ ਆ ਉਹ ਸਾਰੇ ਇਸਲਾਮਿਕ ਜਗਤ ਦੇ ਵਿੱਚ ਆ, ਜਿਹੜਾ ਕਿ ਉਹਨਾਂ ਨੂੰ ਯੂਨਾਈਟ ਕਰਨ ਦੇ ਲਈ ਇੱਕ ਵੱਡਾ ਫੈਕਟਰ ਆ। ਤੇ ਮਤਲਬ ਇਹਨਾਂ ਸਾਰੀਆਂ ਗੱਲਾਂ ਦੇ ਚੱਲਦਿਆਂ ਇਹ ਪੋਸੀਬਿਲਿਟੀ ਹੁਣ ਨਜ਼ਰ ਆ ਰਹੀ ਆ ਕਿ ਜਿਹੜਾ ਚਾਈਨਾ, ਈਰਾਨ ਤੇ ਰਸ਼ੀਆ ਦਾ ਇੱਕ ਵੱਡਾ ਅਲਾਇੰਸ ਜਿਹੜਾ ਆ ਉਹ ਇੱਕ ਪਾਸੇ ਫਾਰਮ ਹੋ ਰਿਹਾ, ਤੇ ਦੂਜੇ ਪਾਸੇ ਜਿਹੜਾ US ਲੈਡ ਸਾਰਾ, ਅਸੀਂ ਚਾਹੇ ਨੈਟੋ ਮੁਲਕਾਂ ਦੀ ਗੱਲ ਕਰੀਏ ਜੀ, ਉਹਦੇ ਵਿੱਚ ਹੋਰ ਵੀ ਬੜੇ ਮੁਲਕ, ਏਸ਼ੀਆ ਦੇ ਵਿੱਚ ਵੀ ਖਿੱਚੋਤਾਣ ਚੱਲ ਰਹੀ ਹੈ ਚਾਈਨਾ ਤੇ US ਦੇ ਦਰਮਿਆਨ ਲਗਾਤਾਰ, ਚਾਹੇ ਵਪਾਰਕ ਪੱਧਰ ਤੇ ਹੋਵੇ, ਚਾਹੇ ਉਹ ਡਿਪਲੋਮੈਟਿਕ ਰਿਲੇਸ਼ਨਸ ਦੇ ਪੱਧਰ ਤੇ ਹੋਵੇ, ਆਪੋ ਆਪਣੇ ਧੜੇ ਨੂੰ ਮਜ਼ਬੂਤ ਕਰਨ ਦੀ। ਤੇ ਇਹ ਖਿੱਚੋਤਾਣ ਜਿਹੜੀ ਆ ਉਹ ਕਿਸੇ ਵੀ ਸਮੇਂ ਜਿਹੜਾ ਆ ਫਲੇਅਰ ਅਪ ਹੋ ਸਕਦੀ ਹੈ, ਕਿਸੇ ਵੀ ਟਕਰਾਅ ਦੇ ਵਿੱਚ, ਕਿਸੇ ਵੀ ਵਾਰ ਦੇ ਵਿੱਚ। ਪਰ ਅਲਟੀਮੇਟਲੀ ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਅੱਜ ਉਹ ਸਮਾਂ ਆ ਵੀ ਜਿਹਨੂੰ ਡਾਕਟਰ ਅਮਰਜੀਤ ਸਿੰਘ ਕਈ ਵਾਰ ਆਪਣੀ ਗੱਲਬਾਤ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਦੁਨੀਆ ਦੇ ਵਿੱਚ ਜਿਹੜੇ ਵਰਲਡ ਮੈਪਸ ਨੇ ਉਹ ਰੀਡਰਾ ਹੋਣੇ ਆ, ਜਦੋਂ ਜਿਹੜੀਆਂ ਹੱਦਾਂ ਸਰਹੱਦਾਂ ਨੇ ਉਹ ਦੁਬਾਰਾ ਬਾਹੀਆਂ ਜਾਣੀਆਂ ਨੇ, ਤਾਂ ਉਸ ਸਮੇਂ ਜਿਹੜਾ ਸਿੱਖਾਂ ਦੇ ਲਈ ਇਸ ਸਮੇਂ ਬੜਾ ਅਹਿਮ ਸਮਾਂ ਆ, ਜਿੱਥੇ ਸਿੱਖ ਮਾਸਿਸ, ਸਿੱਖ ਪੋਪੂਲੇਸ਼ਨ ਜਿਹੜੀ ਆ, ਜਿਵੇਂ ਗੁਰਬਾਣੀ ਦਾ ਫਰਮਾਨ ਆ ਕਿ ਜਿਹੜਾ ਆਗੂ ਆ ਕਿ ਤੁਸੀਂ ਉਹ ਕਿਹੋ ਜਿਹਾ ਚੁਣਦੇ ਹੋ, ਉਹੀ ਗੱਲ ਤੈਅ ਕਰਦੀ ਆ ਕਿ ਤੁਹਾਡਾ ਭਵਿੱਖ ਕਿਹੋ ਜਿਹਾ ਹੋਣਾ ਹੈ। ਤੇ ਸਿੱਖਾਂ ਦੇ ਲਈ ਅੱਜ, ਸਿੱਖ ਮਾਸਿਸ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਉਹ ਸਿਆਣੇ ਆਗੂਆਂ ਨੂੰ, ਸਿਆਣੀ ਲੀਡਰਸ਼ਿਪ ਨੂੰ ਆਪਣੇ ਭਵਿੱਖ ਦੇ ਫੈਸਲੇ ਕਰਨ ਦੀ ਕਮਾਂਡ ਦੇਵੇ, ਤੇ ਜਿਨ੍ਹਾਂ ਦੇ ਲਈ ਸਿਰਫ ਸਿੱਖ ਇੰਟਰਸਟ ਜਿਹੜਾ ਆ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ, ਤੇ ਸਿੱਖਾਂ ਨੂੰ ਯੂਨਾਈਟ ਹੋ ਕੇ, ਇਕਜੁੱਟ ਹੋ ਕੇ ਦੁਨੀਆ ਦੇ ਵਿੱਚ ਐਜ਼ ਅ ਵਨ ਯੂਨਿਟ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਚਾਹੀਦਾ ਹੈ। ਤੇ ਉਹਨਾਂ ਦੇ ਲਈ ਇੱਕ ਕੁਛ ਨਿਸ਼ਾਨੇ ਤੈਅ ਹੋਣੇ ਚਾਹੀਦੇ ਆ ਸਿੱਖ ਪੋਲਿਟਿਕਸ ਦੇ, ਕਿ ਸਿੱਖ ਇਸ ਸਾਰੇ ਟਰਬੂਲੈਂਸ ਦੇ ਵਿੱਚੋਂ
ਅਚੀਵ ਕੀ ਕਰਨਾ ਚਾਹੁੰਦੇ ਆ। ਤਾਂ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਦੇ ਆ ਕਿ ਦੇਖੋ ਕਈ ਵਾਰ ਅਮਰਵੀਰ ਸਿੰਘ ਜੀ ਹਾਲਾਤ ਇਹੋ ਜਿਹੇ ਹੁੰਦੇ ਆ ਵੀ ਜਦੋਂ ਜਿਹੜਾ ਮਾਨਵਤਾ ਦਾ ਘਾਣ ਆ ਉਹ ਹੋਣਾ, ਉਹਨੂੰ ਰੋਕਣਾ ਤੁਹਾਡੇ ਹੱਥ ਵੱਸ ਨਹੀਂ ਹੁੰਦਾ ਜੀ। ਵੀ ਸਿੱਖਾਂ ਦੀ ਕਦੇ ਇੱਛਾ ਨਹੀਂ ਰਹੀ ਕਿ ਸਿੱਖ ਚਾਹੁੰਦੇ ਹੋਣ ਕਿ ਜੰਗਾਂ ਹੋਣ ਜਾਂ ਮਾਨਵਤਾ ਦਾ ਘਾਣ ਹੋਵੇ, ਸਿੱਖਾਂ ਦਾ ਕਦੇ ਇਹਦੇ 'ਚ ਇੰਟਰਸਟ ਨਹੀਂ। ਪਰ 1947 ਦਾ ਅਸੀਂ ਉਹ ਦੇਖਿਆ ਵੀ ਜਦੋਂ ਸਿੱਖਾਂ ਨੇ ਇੱਕ ਆਪਣੀ ਪੋਪੂਲੇਸ਼ਨ ਦਾ ਵੱਡਾ ਹਿੱਸਾ ਜਿਹੜਾ ਆ ਉਹ ਕਤਲ ਹੋਇਆ ਸਿੱਖਾਂ ਦਾ ਉਹਨਾਂ ਪੋਲੀਟੀਕਲ ਡਿਸੀਜ਼ਨਸ ਦੇ ਵਿੱਚੋਂ, ਤੇ ਉਹ ਡਿਸੀਜਨ ਸਿੱਖਾਂ ਦਾ ਨਹੀਂ ਸੀ ਉਹ ਪਾਰਟੀਸ਼ਨ ਕਰਾਉਣ ਦਾ ਜਾਂ ਉਹ ਕਤਲੇਆਮ ਦਾ, ਪਰ ਹਾਲਾਤ ਬਣੇ ਤੇ ਸਿੱਖਾਂ ਦਾ ਵੱਡੇ ਪੱਧਰ ਤੇ ਕਤਲੇਆਮ ਹੋਇਆ ਜੀ। ਪਰ ਉਹ ਸਾਰੇ ਕਤਲੇਆਮ ਸ਼ਾਇਦ ਕਿਸੇ ਜੰਗ ਦੇ ਵਿੱਚ ਵੀ ਇੰਨਾ ਵੱਡਾ ਪੋਪੂਲੇਸ਼ਨ ਦਾ ਲੋਸ ਨਾ ਹੋਇਆ ਹੋਵੇ ਕਈ ਮੁਲਕਾਂ ਦਾ ਜਿਨ੍ਹਾਂ ਨੇ ਆਪਣੇ ਮੁਲਕ ਹਾਸਲ ਕੀਤੇ ਆ, ਪਰ ਸਿੱਖਾਂ ਨੇ ਐਡਾ ਵੱਡਾ ਪੋਪੂਲੇਸ਼ਨ ਦਾ ਉਹ ਲੋਸ ਵੀ ਕਰਵਾਇਆ। ਪਰ ਉਹ ਤੋਂ ਬਾਅਦ ਵੀ ਜਿਹੜੀ ਸਿੱਖਾਂ ਨੂੰ ਪ੍ਰਾਪਤੀ ਆ, ਅਸੀਂ ਦੇਖਦੇ ਹਾਂ ਕਿ ਅੱਜ ਸਿੱਖ ਕਿੱਥੇ ਬੈਠੇ ਆ ਜੀ। ਤਾਂ ਅਲਟੀਮੇਟਲੀ ਜਿਹੜਾ ਦੁਨੀਆ ਦੇ ਵਿੱਚ ਟਰਬੂਲੈਂਸ ਦੀ ਸਿਚੁਏਸ਼ਨ ਬਣ ਰਹੀ ਆ, ਉਹਦੇ 'ਚ ਸਿੱਖਾਂ ਦੇ ਹੱਥ ਵੱਸ ਨਹੀਂ ਆ ਕਿ ਉਹ ਇਹਨੂੰ ਰੋਕ ਸਕਣ। ਤੇ ਪਰ ਸਿੱਖਾਂ ਦੇ ਹੱਥ ਵੱਸ ਇਹ ਜ਼ਰੂਰ ਆ ਕਿ ਇਸ ਟਰਬੂਲੈਂਸ ਤੋਂ ਬਾਅਦ ਜਿਹੜਾ ਨਵਾਂ ਆਰਡਰ ਐਸਟੈਬਲਿਸ਼ ਹੋਣਾ ਦੁਨੀਆ ਦੇ ਵਿੱਚ, ਸਿੱਖ ਉਹਦੇ ਵਿੱਚ ਆਪਣੀ ਥਾਂ ਬਣਾਉਣ ਤੇ ਜਿਹੜਾ ਭਵਿੱਖ ਦੇ ਵਿੱਚ ਜਿਹੜਾ ਸਿੱਖ ਸਿਧਾਂਤ ਆ ਉਹਦੇ ਰਾਹੀਂ ਇੱਕ ਵੱਡਾ ਵਿਸ਼ਵ ਪ੍ਰਬੰਧ, ਇੱਕ ਨਵਾਂ ਵਰਲਡ ਆਰਡਰ ਦੁਨੀਆ ਨੂੰ ਦੇਣ ਜਾਂ ਉਹਦੀ ਸਮਰੱਥਾ ਚੋਣ ਉਹ ਦੇਣ ਦੀ, ਤਾਂ ਕਿ ਜਿਹੜਾ ਅਗਾਂਹ ਨੂੰ ਜੋ ਗੁਰੂ ਘਰ ਦਾ ਸਿਧਾਂਤ ਆ ਵੀ ਜਿਹੜਾ ਇਸ ਤਰੀਕੇ ਦੇ ਨਾਲ ਮਾਨਵਤਾ ਦਾ ਘਾਣ ਆ ਉਹਨੂੰ ਰੋਕਿਆ ਜਾ ਸਕੇ। ਵੀ ਉਹ ਜਦੋਂ ਸਿੱਖਾਂ ਦੇ ਕੋਲ ਰਾਜ ਪ੍ਰਬੰਧ ਹੋਊਗਾ, ਸਿੱਖ ਦੁਨੀਆ ਦੀ ਸਟੇਜ ਦੇ ਵਿੱਚ ਇੱਕ ਮੁਲਕ ਵਜੋਂ ਵਿਚਰ ਰਹੇ ਹੋਣਗੇ, ਤਾਂ ਹੀ ਸਿੱਖ ਉਹਦੇ ਵਿੱਚ ਆਪਣਾ ਕੋਈ ਰੋਲ ਪਲੇ ਕਰ ਸਕਦੇ ਆ। ਅਦਰਵਾਈਜ਼ ਸਿੱਖਾਂ ਦਾ ਜਿਹੜਾ ਜਿੰਨਾ ਕੁ ਅੱਜ ਰੋਲ ਬਣਦਾ ਆ ਐਜ਼ ਅ ਸਟੇਟਲੈਸ ਨੇਸ਼ਨ, ਉਹ ਸਿੱਖ ਨਿਭਾ ਰਹੇ ਆਲਰੇਡੀ, ਭਾਵੇਂ ਉਹ ਖਾਲਸਾ ਏਡ ਦੇ ਰੂਪ 'ਚ ਹੋਵੇ, ਭਾਵੇਂ ਯੂਨਾਈਟਿਡ ਸਿੱਖਸ ਦੇ ਰੂਪ 'ਚ ਹੋਵੇ। ਵੀ ਉਹ ਜਿੱਥੇ ਦੁਨੀਆ ਦੇ ਵਿੱਚ ਸਟੇਟਸ ਕਤਲੋਗਾਰਤ ਕਰ ਰਹੀਆਂ ਨੇ, ਉੱਥੇ ਮਜ਼ਲੂਮ ਲੋਕਾਂ ਦੀ ਜਾ ਕੇ ਬਾਂਹ ਫੜਦੇ ਆ, ਉਹਨਾਂ ਦੀ ਮਦਦ ਕਰਦੇ ਆ ਜੀ। ਤੇ ਜਾਂਦੇ ਜਾਂਦੇ ਇਹਦੇ ਵਿੱਚ ਇਹ ਸਾਰੀ ਸਿਚੁਏਸ਼ਨ ਨੂੰ ਜਦੋਂ ਅਸੀਂ ਡਿਸਕਸ ਕਰ ਰਹੇ ਹਾਂ, ਮਿਡਲ ਈਸਟ ਦੇ ਕ੍ਰਾਈਸਿਸ ਦੀ ਗੱਲ ਹੋਵੇ ਜਾਂ ਰਸ਼ੀਆ ਯੂਕਰੇਨ ਕਨਫਲਿਕਟ ਦੀ ਗੱਲ ਹੋਵੇ, ਦੋਹਾਂ ਦੇ ਉੱਤੇ ਇਸ ਵਕਤ ਜਿਹੜੀ ਇੰਡੀਆ ਦੀ ਪਾਲਿਸੀ ਹੈਗੀ ਹੈ ਉਹਨੂੰ ਵੀ ਸਮਝਣਾ ਜ਼ਰੂਰੀ ਹੈ, ਜਾਂ ਅੱਜ ਦੀਆਂ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਹਦੇ 'ਤੇ ਵੀ ਅਸੀਂ ਨਜ਼ਰ ਮਾਰ ਲਈਏ ਜਾਂਦੇ ਜਾਂਦੇ। ਕਿਉਂਕਿ ਇੰਡੀਆ ਦੀ ਜਿਹੜੀ ਪੋਜੀਸ਼ਨ ਹੈਗੀ ਹੈ, ਇੰਡੀਆ ਇੱਕ ਕਸੂਤੀ ਜਿਹੀ ਸਥਿਤੀ ਦੇ ਵਿੱਚ ਫਸਿਆ ਨਜ਼ਰ ਆ ਰਿਹਾ। ਹੁਣ ਰਸ਼ੀਆ ਦੇ ਵਿੱਚ ਵੀ ਪਿਛਲੀਆਂ ਜਿਹੜੀਆਂ ਡਿਵੈਲਪਮੈਂਟਸ ਅਸੀਂ ਦੇਖੀਆਂ, ਮੋਦੀ ਸਾਹਿਬ ਜਿਹੜੇ ਹੈਗੇ ਆ, ਡੋਵਲ ਸਾਹਿਬ ਜਾ ਕੇ ਉੱਥੇ ਮੀਟਿੰਗ ਕਰਦੇ ਆ। ਮੋਦੀ ਸਾਹਿਬ ਦੀ ਮੀਟਿੰਗ 2 ਵਾਰੀ ਜ਼ੈਲੈਂਸਕੀ ਦੇ ਨਾਲ, ਪਹਿਲਾਂ ਯੂਕਰੇਨ ਜਾ ਕੇ ਆਉਂਦੇ ਆ, ਫਿਰ ਇੱਥੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਮੌਕੇ ਵੀ ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਸੋ ਉਹ ਇੱਕ ਪ੍ਰੋਪਰ ਮੀਡੀਏਸ਼ਨ ਤਾਂ ਨਹੀਂ, ਪਰ ਜਿਹੜੀ ਉਹਨਾਂ ਦੀ ਇੱਕ ਆਪਣੀ ਇਮੇਜ ਉਹਨਾਂ ਨੇ, ਇੰਡੀਆ ਨੇ ਆਪਣੀ ਲੋਕਲ ਆਡੀਅנס ਨੂੰ ਦਿੱਤੀ ਹੋਈ ਹੈ ਵਿਸ਼ਵ ਗੁਰੂ ਵਾਲੀ, ਉਹਨੂੰ ਉਹ ਕਿਤੇ ਨਾ ਕਿਤੇ ਮਟੀਰੀਅਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹਦੇ ਵਿੱਚ ਜ਼ਰੂਰ ਨਜ਼ਰ ਆਉਂਦੇ ਆ, ਜਿੱਥੇ ਉਹ ਇਹ ਚਾਹੁੰਦੇ ਆ ਕਿ ਸਾਡਾ ਪ੍ਰਭਾਵ ਉਹ ਇਜ਼ਰਾਈਲ ਦੇ ਹਵਾਲੇ ਨਾਲ ਇਸ ਖਿੱਤੇ ਦੇ ਵਿੱਚ, ਮਿਡਲ ਈਸਟ ਦੇ ਵਿੱਚ ਵੀ ਹੋਵੇ, ਤੇ ਈਵਨ ਰਸ਼ੀਆ ਯੂਕਰੇਨ ਕਨਫਲਿਕਟ ਦੇ ਵਿੱਚ ਵੀ ਅਸੀਂ ਉਸ ਪੋਜੀਸ਼ਨ ਦੇ ਵਿੱਚ ਹੋਈਏ ਕਿ ਅਸੀਂ ਨੈਗੋਸ਼ੀਏਸ਼ਨ ਦੇ ਵਿੱਚ ਨਜ਼ਰ ਆਈਏ, ਨੈਗੋਸ਼ੀਏਸ਼ਨ ਦੇ ਵਿੱਚ ਹੋਈਏ, ਤੇ ਜਦੋਂ ਕੋਈ ਸੋਲਿਊਸ਼ਨ ਨਿਕਲੇ ਉੱਥੇ ਇੰਡੀਆ ਦਾ ਰੋਲ ਇੱਕ ਅਹਿਮ ਰੋਲ ਹੋਵੇ। ਇਸ ਕਿਸਮ ਦੀ ਉਹਨਾਂ ਦੀ ਨੀਤੀ ਹੈਗੀ ਹੈ, ਜਿਹਦੇ ਵਿੱਚ ਉਹ ਸਾਰੀ ਉਹਨਾਂ ਦੀ ਜਿਹੜੀ ਫੋਰਨ ਪੋਲਿਸੀ ਹੈ ਉਹਦੇ ਜੋੜ ਤੋੜ ਦੇ ਵਿੱਚ ਲੱਗੇ ਹੋਏ ਆ। ਅਮਰੀਕਾ ਦੀ ਐਕਸਪੈਕਟੇਸ਼ਨ ਇੱਕ ਡਿਫਰੈਂਟ ਲੈਵਲ 'ਤੇ ਹੈਗੀ ਹੈ, ਜਿਹਦੇ ਵਿੱਚ ਸਿੱਖ ਫੈਕਟਰ ਨੂੰ ਇੱਕ ਪੁਆਇੰਟ ਬਣਾ ਕੇ ਇੰਡੀਆ ਨੂੰ ਕਿਸੇ ਡਾਇਰੈਕਸ਼ਨ ਵੱਲ ਧੱਕਣ ਦੀ ਨੀਤੀ ਦੇ ਉੱਤੇ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਆ। ਸੋ ਇਸ ਸਾਰੇ ਦੇ ਵਿੱਚ ਇੰਡੀਆ ਦੀ ਪੋਜੀਸ਼ਨ ਨੂੰ ਕਿਵੇਂ ਦੇਖਿਆ ਜਾਵੇ ਬੀਤੇ ਦੀਆਂ, ਜਾਂ ਇਹ ਸਾਰੇ ਕਨਫਲਿਕਟ ਦੇ ਵਿੱਚ ਇੰਡੀਆ ਦੀ ਫੋਰਨ ਪਾਲਿਸੀ ਇਸ ਵਕਤ ਸਾਨੂੰ ਕੀ ਦੱਸ ਪਾ ਰਹੀ ਹੈ? ਦੇਖੋ ਅਮਰਵੀਰ ਸਿੰਘ ਜੀ, ਮਤਲਬ ਇੰਡੀਆ ਜਿਹੜਾ ਆ, ਮਤਲਬ ਉਹਨੇ ਇਹ ਕੋਸ਼ਿਸ਼ ਕੀਤੀ ਆ, ਕਿਉਂਕਿ ਜਿੱਦਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਸਿਚੁਏਸ਼ਨ ਜਿਹੜੀ ਆ ਰਾਈਜ਼ ਹੋ ਰਹੀ ਸੀ, ਕਨਫਲਿਕਟਸ ਵੱਲ ਨੂੰ ਵੱਧ ਰਹੀ ਸੀ ਜੀ, ਤਾਂ ਇੰਡੀਆ ਨੇ ਇਹ ਕੋਸ਼ਿਸ਼ ਕੀਤੀ ਕਿ ਮਤਲਬ ਉਹ ਹਰ ਪਾਸਿਓਂ ਜਿਹੜਾ ਆ ਆਪਣਾ ਜਿਹੜਾ ਮੁਨਾਫਾ ਆ ਉਹ ਖੱਟ ਸਕੇ ਜੰਗ ਦੇ ਵਿੱਚੋਂ। ਮਤਲਬ ਜਿਹੜੀ ਵਪਾਰੀ ਵਿਰਤੀ ਆ, ਜਾਂ ਜਿਹਨੂੰ ਕਰਾੜ ਵਿਰਤੀ ਕਹਿੰਦੇ ਹੁੰਦੇ ਆ, ਵੀ ਉਹਦਾ ਅਸਰ ਇੰਡੀਆ ਦੀ ਫੋਰਨ ਪੋਲਿਸੀ ਦੇ ਉੱਤੇ ਵੀ ਨਜ਼ਰ ਆਇਆ, ਜਿਹਦਾ ਅਸੀਂ ਦੇਖਿਆ ਵੀ ਆ ਵੀ ਉਹਨਾਂ ਨੇ ਲਗਾਤਾਰ ਉਹ ਯੂਐਸ ਵਾਲੀ ਜਿਹੜੀ ਧਿਰ ਆ ਉਹਦੇ ਨਾਲ ਵੀ ਸਾਊਥ ਚਾਈਨਾ ਸੀ ਦੇ ਵਿੱਚ ਚਾਈਨਾ ਨੂੰ ਡੱਕਣ ਦੇ ਪ੍ਰਭਾਵ ਹੇਠ ਜਿਹੜੇ ਆ, ਭਾਵੇਂ ਉਹ ਹਥਿਆਰ ਲੈਣ ਦੀ ਗੱਲ ਹੋਵੇ ਜਾਂ ਹੋਰ ਜਿਹੜੀਆਂ ਡਿਫੈਂਸ ਨਾਲ ਜੁੜੀਆਂ ਜਿਹੜੀਆਂ ਸੰਧੀਆਂ ਆ ਉਹ ਕਰਨ ਦੀ ਗੱਲ ਹੋਵੇ,
ਉਹ ਕਰਨ ਦੀ ਕੋਸ਼ਿਸ਼ ਕੀਤੀ। ਤੇ ਦੂਜੇ ਪਾਸੇ ਰਸ਼ੀਆ ਤੋਂ ਨੂੰ ਜਿਹੜਾ ਫੰਡਿੰਗ ਦੇਣੀ ਆ, ਉਹਦਾ ਤੇਲ ਖਰੀਦ ਕੇ ਜਿਹੜਾ ਪੈਸਾ ਮੁਹੱਈਆ ਕਰਵਾਇਆ, ਜਦੋਂ ਵੀ ਅਮਰੀਕਾ ਦੀਆਂ ਸੈਂਕਸ਼ਨਸ ਜਿਹੜੀਆਂ ਹੈਗੀਆਂ ਸੀ ਰਸ਼ੀਆ ਦੇ ਉੱਤੇ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਾਈਪਾਸ ਕੀਤਾ ਇੰਡੀਆ ਨੇ, ਤੇ ਸਾਰਾ ਜਿਹੜਾ ਪੈਸਾ ਆ ਯੂਕਰੇਨ ਵਾਰ ਦੇ ਲਈ ਰਸ਼ੀਆ ਨੂੰ ਮੁਹੱਈਆ ਕਰਵਾਇਆ, ਉਹਦਾ ਤੇਲ ਦੁਨੀਆ ਦੀ ਮਾਰਕੀਟ 'ਚ ਵੇਚ ਕੇ ਆਪ ਵੀ ਉਹਦੇ 'ਚੋਂ ਕਾਫੀ ਪੈਸਾ ਜਿਹੜਾ ਆ ਮੁਨਾਫਾ ਖੱਟਿਆ। ਵੀ ਇੰਡੀਆ ਦੀ ਇਹ ਪਾਲਿਸੀ ਹੁਣ ਤੱਕ ਰਹੀ ਆ। ਪਰ ਨਾਲ ਇੰਡੀਆ ਨੇ ਡਿਪਲੋਮੈਟਿਕਲੀ ਆਪਣੀ ਜਿਹੜੀ ਪੋਜੀਸ਼ਨ ਆ ਵਰਲਡ ਸਟੇਜ ਦੇ ਉੱਤੇ ਉਹਨੂੰ ਸਟਰੋਂਗ ਕਰਨ ਦੇ ਲਈ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਉਹ ਜਿਹੜੇ ਇਹਨਾਂ ਜੰਗਾਂ ਨੂੰ ਰੁਕਵਾਉਣ ਦੀ ਪੋਜੀਸ਼ਨ ਰੱਖਦਾ ਹੈ, ਇਹ ਹੈਸੀਅਤ ਰੱਖਦਾ ਆ। ਵੀ ਲਗਾਤਾਰ ਇੰਡੀਆ ਨੇ ਨੈਰੇਟਿਵ ਐਸਟੈਬਲਿਸ਼ ਕੀਤਾ, ਚਾਹੇ ਉਹ ਰਸ਼ੀਆ ਯੂਕਰੇਨ ਜੰਗ ਹੋਵੇ, ਉਹਦੇ ਵਿੱਚ ਹੀ ਅਸੀਂ ਮਤਲਬ ਇਹਨੂੰ ਜੰਗ ਨੂੰ ਰੁਕਵਾ ਸਕਦੇ ਆ, ਚਾਹੇ ਹੁਣ ਉਹ ਇਰਾਨ ਇਜ਼ਰਾਈਲ ਵਾਲੀ ਜੰਗ ਹੋਵੇ, ਉਹਦੇ 'ਚ ਵੀ ਉਹਦਾ ਜਿਹੜਾ ਸਟਾਂਸ ਆ ਉਹ ਇਹੋ ਜਿਹਾ ਹੀ ਰਹਿੰਦਾ, ਜਿਹੜਾ ਵੀ ਵਿਚੋਲਗੀ ਵਾਲਾ। ਪਰ ਇੰਡੀਆ ਜਿਹੜਾ ਆ ਮਤਲਬ ਉਹ ਅਸੀਂ ਦੇਖਿਆ ਵੀ ਉਹ 1% ਵੀ ਜਿਹੜਾ ਆ ਉਹਦਾ ਕੋਈ ਇਫੈਕਟ ਆ ਵੀ ਇਸ ਤਰੀਕੇ ਦਾ ਇਹਨਾਂ ਜੰਗਾਂ ਦੇ ਵਿੱਚ ਜਿਹੜੇ ਕਲੈਸ਼ਿਸ ਆ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਇਆ ਕਿ ਜਿੱਥੇ ਕੋਈ ਮੁਲਕ ਜਿਹੜਾ ਜੰਗਾਂ ਦੇ ਵਿੱਚ ਸ਼ਾਮਲ ਆ ਉਹ ਇੰਡੀਆ ਦੇ ਕਹਿਣ ਤੇ ਸਟੈਪ ਬੈਕ ਕਰ ਰਿਹਾ ਹੋਵੇ। ਜੀ ਮਤਲਬ ਇੰਡੀਆ ਦਾ ਮੈਂ ਤੁਹਾਨੂੰ ਮਤਲਬ ਜਿਹੜਾ ਉਹਨਾਂ ਮੁਨਾਫਾ ਕੱਟਣਾ ਸੀ, ਜਿਹੜੀ ਉਹਦੀ ਉਹ ਪਾਲਿਸੀ ਆ, ਇੱਕ ਤਾਂ ਉਹ ਫੈਕਟਰ ਸੀ, ਦੂਜਾ ਸੀ ਵਰਲਡ ਸਟੇਜ ਦੇ ਉੱਤੇ ਆਪਣੀ ਡੋਮੀਨੈਂਸ ਨੂੰ ਐਸਟੈਬਲਿਸ਼ ਕਰਨਾ ਕਿ ਅਸੀਂ ਇੱਕ ਪਾਵਰਫੁਲ ਮੁਲਕ ਹਾਂ ਤੇ ਅਸੀਂ ਜੰਗਾਂ ਰੋਕ ਸਕਦੇ ਹਾਂ, ਤੇ ਉਹਦੇ ਵਿੱਚ ਇੰਡੀਆ ਟੋਟਲੀ ਫੇਲ ਹੋਇਆ। ਤਾਂ ਅਲਟੀਮੇਟਲੀ ਇੰਡੀਆ ਹੁਣ ਕੋਈ ਮੇਨ ਪਲੇਅਰ ਤਾਂ ਹੈ ਨਹੀਂ ਇਸ ਸਾਰੀ ਜੀਓਪੋਲੀਟੀਕਲ ਜਿਹੜਾ ਇਹ ਸਾਰਾ ਜਿਹੜੀ ਟੈਂਸ ਸਿਚੁਏਸ਼ਨ ਆ। ਇੰਡੀਆ ਇੱਕ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਇੱਕ ਪ੍ਰੋਕਸੀ ਬਣਨਾ ਇੰਡੀਆ ਨਾ ਜੀ, ਮਤਲਬ ਜੇ ਇਹ ਸਾਰੀ ਨੇਸ਼ਨਸ ਦੀ ਜੰਗ ਆ ਉਹਦੇ 'ਚ ਤਾਂ ਉਹ ਪ੍ਰੋਕਸੀ ਕਿਹਦੀ ਬਣਦਾ ਆ, ਇਹ ਸਮੇਂ ਦੇ ਉੱਤੇ ਨਿਰਭਰ ਆ। ਪਰ ਇੰਡੀਆ ਜਿਹੜਾ ਪਿਛਲੀ ਕੋਲਡ ਵਾਰ ਦੇ ਵਿੱਚ ਇੰਡੀਆ ਨੇ ਸਟਾਂਸ ਰੱਖਿਆ ਸੀ, ਕਾਫੀ ਹੱਦ ਤੱਕ ਉਹਦੇ 'ਚੋਂ ਕਾਮਯਾਬ ਵੀ ਰਿਹਾ ਸੀ। ਸਾਰੇ ਮੁਲਕਾਂ ਦੇ ਨਾਲ ਉਹਨੇ ਕੁਛ ਨਾ ਕੁਛ ਕਿਸੇ ਨੂੰ ਮਾੜਾ ਮੋਟਾ ਦੇ ਕੇ ਤੇ ਸਾਰਿਆਂ ਤੋਂ ਇਮਦਾਦ ਲੈਂਦਾ ਰਿਹਾ, ਵੀ ਨੋਨ ਅਲਾਈਨਮੈਂਟ ਦੀ ਪਾਲਿਸੀ ਸੀ। ਪਰ ਉਹ ਇਸ ਵਾਰ ਉਹਦੀਆਂ ਜਿਹੜੀਆਂ ਲਿਮਿਟਸ ਆ ਜਾਂ ਹੱਦਾਂ ਆ ਉਹ ਲੰਘ ਚੁੱਕਿਆ ਇੰਡੀਆ। ਤੇ ਹੁਣ ਇੰਡੀਆ ਜਿਹੜਾ ਆ ਉਹ ਪ੍ਰੋਕਸੀ ਕਿਹਦੀ ਬਣਦਾ ਆ ਤੇ ਸਾਰੇ ਟਕਰਾਅ ਦੇ ਵਿੱਚ ਕਿਹਦੇ ਵੱਲੋਂ ਸ਼ਾਮਲ ਹੁੰਦਾ ਆ, ਇਹ ਮਤਲਬ ਹਜੇ ਕਲੀਅਰ ਨਹੀਂ ਆ। ਪਰ ਉਹਨੇ ਕਿਸੇ ਨਾ ਕਿਸੇ ਵੱਲੋਂ ਸ਼ਾਮਲ ਜ਼ਰੂਰ ਹੋਣਾ ਆ। ਤੇ ਉਹਦੇ ਚੱਲਦੇ ਜਿਹੜਾ ਇੰਡੀਆ ਦਾ ਇਸ ਸਮੇਂ ਜਿਹੜੀ ਇੰਡੀਅਨ ਐਡਮਿਨਿਸਟ੍ਰੇਟਿਵ ਟੈਰੀਟਰੀ ਆ ਸਾਰੀ, ਉਹ ਵੀ ਜਿਹੜਾ ਇਹ ਵੱਡਾ ਜੀਓਪੋਲੀਟੀਕਲ ਸ਼ਿਫਟ ਆ ਤਾਂ ਉਹਦਾ ਡਾਇਰੈਕਟਲੀ ਹਿੱਸਾ ਬਣੇਗੀ, ਕਿਉਂਕਿ ਇੰਡੀਆ ਦੀ ਜਿਹੜੀ ਸਟੇਟ ਆ ਉਹ ਉਹਦਾ ਹਿੱਸਾ ਬਣ ਜਾ ਰਹੀ ਆ। ਤੇ ਉਹਦੇ ਵਿੱਚ ਫਿਰ ਜਿਹੜਾ ਮਤਲਬ ਸਿੱਖਾਂ ਦਾ ਰੋਲ ਆ, ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਮਤਲਬ ਜੇ ਇੰਡੀਆ ਐਜ਼ ਅ ਐਂਟਾਈਟੀ ਆਫ ਐਸਟੈਬਲਿਸ਼ਡ ਨੇਸ਼ਨ ਹੈ ਨਾ, ਤੇ ਇਹ ਸਾਰੀ ਜੀਓਪੋਲੀਟੀਕਲ ਸ਼ਿਫਟ ਦਾ ਪਾਰਟ ਆ, ਤਾਂ ਉਸ ਖਿੱਤੇ ਦੇ ਵਿੱਚ ਜਿਹੜਾ ਇੰਡੀਆ ਦਾ ਕਾਊਂਟਰ ਆ ਸਭ ਤੋਂ ਵੱਡਾ, ਉਹ ਸਿਰਫ ਸਿੱਖ ਆ। ਮਤਲਬ ਇਹ ਇਸ ਟਾਈਮ ਦੀ ਉਸ ਖਿੱਤੇ ਦੀ ਸਿਚੁਏਸ਼ਨ ਆ, ਜਿਹਦੇ 'ਚ ਹਾਲਾਂਕਿ ਉੱਥੇ ਹੋਰ ਬੜੀਆਂ ਤਾਕਤਾਂ ਜਿਹੜੀਆਂ ਉਹ ਐਕਟਿਵ ਨੇ ਆਪਣੇ ਰਾਈਟਸ ਵਾਸਤੇ, ਜਿਨ੍ਹਾਂ ਨੂੰ ਇੰਡੀਆ ਨੇ ਲਗਾਤਾਰ ਦੱਬਿਆ ਆ, ਜਿਨ੍ਹਾਂ ਦੇ ਵਿੱਚ ਭਾਵੇਂ ਮਾਓਇਸਟ ਹੋਣ, ਜਿਨ੍ਹਾਂ ਦੇ ਵਿੱਚ ਅੱਜ ਵੀ ਮਾਓਇਸਟਾਂ ਦਾ ਛੱਤੀਸਗੜ੍ਹ ਦੇ ਵਿੱਚ 30 ਦੇ ਕਰੀਬ ਮਾਓਇਸਟ ਦੱਸੇ ਜਾ ਰਹੇ ਆ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਕਤਲ ਕੀਤਾ ਆ ਤੇ ਲਗਾਤਾਰ ਉਹ ਟਕਰਾਅ ਉੱਥੇ ਚੱਲ ਰਿਹਾ। ਤੇ ਨਾਗਾਲੈਂਡ ਦਾ ਅਸੀਂ ਦੇਖਦੇ ਹਾਂ ਉਹ ਲਗਾਤਾਰ ਇੰਡੀਆ ਦੇ ਨਾਲ ਉਹਨਾਂ ਨੇ ਹਥਿਆਰ ਹਜੇ ਛੱਡੇ ਨਹੀਂ ਆ, ਉਹ ਇੱਕ ਤਰ੍ਹਾਂ ਦੇ ਨਾਲ ਟਰੂਸ ਦੇ ਉੱਤੇ ਆ। ਤੇ ਦੂਜੇ ਪਾਸੇ ਕਸ਼ਮੀਰ ਦੀ ਮੂਵਮੈਂਟ ਆ, ਜਾਂ ਸਾਰੀਆਂ ਮੂਵਮੈਂਟਸ ਉੱਥੇ ਹੈਗੀਆਂ। ਸਾਊਥ ਦੀ ਐਸਪੀਰੇਸ਼ਨ ਵੀ ਅਸੀਂ ਜਾਣਦੇ ਹਾਂ। ਪਰ ਜਿਹੜਾ ਸਭ ਤੋਂ ਇਸ ਸਮੇਂ ਸਟਰੋਂਗ ਗਰੁੱਪ ਆ, ਜਿਹੜਾ ਦੁਨੀਆ ਦੇ ਵਿੱਚ ਜਿਹਦੀ ਜਿਹੜੀ ਮੂਵਮੈਂਟ ਆ ਪੋਲੀਟੀਕਲ ਸੋਵਰੇਨਿਟੀ ਦੀ, ਉਹ ਸਭ ਤੋਂ ਵੱਧ ਫਲੇਅਰ ਅਪ ਹੋਈ ਆ ਇਹ ਸਾਰੇ ਜੀਓਪੋਲੀਟੀਕਲ ਕ੍ਰਾਈਸਿਸ ਦੇ ਨਾਲ ਪੈਰਲਲ, ਤਾਂ ਉਹ ਸਿੱਖ ਆ। ਤੇ ਸਿੱਖ ਇਸੇ ਕਰਕੇ ਜਿਹੜਾ ਇੰਡੀਆ ਦਾ ਅਸੀਂ ਕਹਿ ਸਕਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਕਾਊਂਟਰ ਬੈਲੈਂਸ ਆ ਕਿਸੇ ਵੀ ਹੋਰ ਦੂਜੀ ਧਿਰ ਦੇ ਲਈ, ਤਾਂ ਉਹ ਸਿੱਖ ਐਜ਼ ਅ ਨੇਸ਼ਨ ਆ। ਤੇ ਇਹਦੇ ਚੱਲਦੇ ਆ ਜਿਹੜਾ ਇਸੇ ਕਰਕੇ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਸਿੱਖਾਂ ਦੇ ਲਈ ਇਹ ਜ਼ਰੂਰੀ ਆ ਕਿ ਉਹ ਆਪਣੇ ਆਪ ਨੂੰ, ਜਾਂ ਉਹਨਾਂ ਦੀ ਜਿਹੜੀ ਪੋਲੀਟਿਕਸ ਆ ਇਸ ਟਾਈਮ, ਉਹਦਾ ਜਿਹੜਾ ਨੈਰੇਟਿਵ ਆ ਜਾਂ ਏਜੰਡਾ ਆ, ਉਹ ਇਸ ਗੱਲ ਦੇ ਉੱਤੇ ਆਧਾਰਿਤ ਨਹੀਂ ਹੋਣਾ ਚਾਹੀਦਾ ਕਿ ਸਿੱਖ ਐਜ਼ ਅ ਸਿਟੀਜ਼ਨ ਆਫ ਇੰਡੀਆ ਜੀ, ਉਹ ਇਸ ਗੱਲ ਤੇ ਆਧਾਰਿਤ ਹੋਣਾ ਚਾਹੀਦਾ ਕਿ ਸਿੱਖ ਐਜ਼ ਅ ਨੇਸ਼ਨ ਆਫ ਜਿਹੜਾ ਇੰਡੀਅਨ ਸਬ ਕੰਟੀਨੈਂਟ ਆ, ਉਹਦੇ ਵੀ ਉਸ ਖਿੱਤੇ ਦੇ ਵਿੱਚ ਇੱਕ ਜਿਹੜੀ ਕੌਮ, ਜਿਹੜੀ ਬਰਾਬਰ ਦੀ ਧਿਰ ਆ, ਉਸ ਵਜੋਂ ਸਿੱਖਾਂ ਦਾ ਸਾਰਾ ਜਿਹੜਾ ਪੋਲੀਟੀਕਲ ਏਜੰਡਾ ਆ ਉਹ ਤੈਅ ਹੋਣਾ ਚਾਹੀਦਾ। ਤੇ ਜੇ ਸਿੱਖਾਂ ਦਾ ਮਾਈਂਡ ਇਸ ਤਰੀਕੇ ਦੇ ਨਾਲ
ਰਨ ਕਰੂਗਾ ਅਗਲੇ ਸਮੇਂ 'ਚ ਤਾਂ ਸਿੱਖਾਂ ਦੇ ਲਈ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵੱਡੀਆਂ ਓਪਰਚੁਨਿਟੀਜ਼ ਜਿਹੜੀਆਂ ਆ ਉਹ ਦਰਵਾਜ਼ੇ ਖੋਲ੍ਹਣ ਜਾ ਰਹੀਆਂ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਗੱਲ ਜਾਂਦੀ ਕਿਸ ਪਾਸੇ ਨੂੰ ਹੈ, ਅਤੇ ਜੇ ਅਸੀਂ ਆਪਣੇ ਆਪ ਨੂੰ ਐਜ਼ ਅ ਨੇਸ਼ਨ ਉਸ ਲੈਵਲ 'ਤੇ ਲਿਆ ਕੇ ਤਿਆਰ ਕਰ ਸਕਦੇ ਹਾਂ, ਇਹੀ ਸਾਡੀ ਅੱਜ ਦੀ ਡੇਟ ਦੇ ਵਿੱਚ ਮੈਂ ਸਮਝਦਾ ਵੀ ਇੱਕ ਟਾਸਕ ਹੈਗੀ ਹੈ ਐਜ਼ ਅ ਨੇਸ਼ਨ। ਸਾਡੀਆਂ ਔਰਗਨਾਈਜੇਸ਼ਨਸ ਹੋਣ, ਸਾਡੇ ਅਦਾਰੇ ਹੋਣ, ਜੇ ਅਸੀਂ ਆਪਣਾ ਮੈਂਟਲ ਲੈਵਲ ਵੀ ਉੱਥੇ ਲੈ ਕੇ ਆਈਏ ਅਤੇ ਨਾਲ ਹੀ ਨਾਲ ਕਿਸੇ ਕਿਸਮ ਦੀ ਜਿਹੜੀ ਕੋਆਰਡੀਨੇਸ਼ਨ ਹੈਗੀ ਹੈ ਆਪਸੀ, ਉਹ ਜਥੇਬੰਦੀਆਂ ਦੀ, ਔਰਗਨਾਈਜੇਸ਼ਨਸ ਦੀ, ਅਦਾਰਿਆਂ ਦੀ ਉਸ ਲੈਵਲ ਦੇ ਉੱਤੇ ਜਾ ਕੇ ਬਣੇ, ਤੇ ਫਿਰ ਮਤਲਬ ਅਸੀਂ ਉਸ ਦੇ ਵਿੱਚੋਂ ਕੁਝ ਕੱਢ ਸਕਾਂਗੇ। ਨਹੀਂ ਤੇ ਜਿਹੜਾ ਜੀ ਅਮਰਵੀਰ ਸਿੰਘ ਤੁਹਾਨੂੰ ਟੋਕਣਾ ਚਾਹੁੰਦਾ, ਮੈਂ ਇਹ ਸਾਰੀ ਗੱਲ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਜਿਹੜਾ ਟਵੀਟ ਆ ਉਹ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਅੱਜ ਸਾਂਝਾ ਕਰਨਾ ਚਾਹੁੰਦਾ ਜੀ, ਜਿਹੜਾ ਕਿ 3 ਅਕਤੂਬਰ ਨੂੰ ਉਹਨਾਂ ਨੇ ਕੀਤਾ ਆ। ਮੈਂ ਸਿਰਫ ਉਹ ਪੜ੍ਹ ਕੇ ਤੇ ਉਹ ਤੋਂ ਬਾਅਦ ਮੈਨੂੰ ਲੱਗਦਾ ਸਾਡੇ ਸੈਗਮੈਂਟ ਦਾ ਸਮਾਂ ਵੀ ਹੋ ਚੱਲਿਆ ਇਹਦਾ ਜੀ, ਜਿਹਦੇ 'ਚ ਉਹ ਲਿਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ's approach towards Pakistan is different to that of the Hindu Indian state. The Sikhs believe that we should have peace, trade and religious tourism with Pakistan. The Hindutva parties and others are inimical towards Islam. This is a reason enough the Sikhs want a separate, independent, sovereign state of their own. The Sikh of Punjab has warped wire fencing on Pak border. The Sikh Punjab has warped wire fencing on Pak border. We feel like prisoners confined within this. ਤਾਂ ਜਿਹੜਾ ਥਿਸ ਆ ਜਾਂ ਇਹਨੂੰ ਤੁਸੀਂ ਦਿਸ ਕਹਿ ਸਕਦੇ ਹੋ, THIS, ਇਹਦਾ ਫੁੱਲ ਫਾਰਮ ਆ ਥਿਓਕ੍ਰੈਟਿਕ ਹਿੰਦੂ ਇੰਡੀਅਨ ਸਟੇਟ ਜੀ। ਤਾਂ ਆਪਣੇ ਆਪ ਦੇ ਵਿੱਚ ਜਿਹੜੀ ਇਹ ਸਟੇਟਮੈਂਟ ਆ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਸਿੱਖਾਂ ਦੇ ਇੱਕ ਵੱਡੇ ਪੋਲੀਟੀਕਲ ਹਿੱਸੇ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਉਹਨਾਂ ਦੀ ਇਹ ਸਟੇਟਮੈਂਟ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਉਹ ਕਲੀਅਰ ਕੱਟ ਸਿੱਖਾਂ ਨੂੰ ਇੱਕ ਐਜ਼ ਅ ਨੇਸ਼ਨ ਡਿਫਰੈਂਟ ਦੈਨ ਦਾ ਅਦਰ ਸਿਟੀਜ਼ਨਸ ਆਫ ਇੰਡੀਆ ਉਹ ਪ੍ਰੈਜ਼ੈਂਟ ਕਰਦੀ ਆ। ਤੇ ਜਿਹੜੀ ਅਪਰੋਚ ਆ, ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਿਹੜੀਆਂ ਸਟੇਟਮੈਂਟਸ ਨੇ ਉਹ ਇੰਗਲਿਸ਼ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਆਉਂਦੀਆਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ, ਵਧੀਆ ਹੁੰਦੀਆਂ ਨੇ, ਤੇ ਇਹ ਵੀ ਇੱਕ ਬੜੀ ਉਹਨਾਂ ਦੀ ਵਧੀਆ ਸਟੇਟਮੈਂਟ ਹੈ ਅੱਜ ਦੇ ਸਮੇਂ ਦੇ ਵਿੱਚ, ਜਿਹਦੀ ਜ਼ਰੂਰਤ ਸੀ ਤੇ ਉਹਨਾਂ ਨੇ ਦਿੱਤੀ ਆ। ਤੇ ਮੈਨੂੰ ਲੱਗਦਾ ਕਿ ਜਿਹੜੀ ਇਹ ਅਪਰੋਚ ਆ ਇਹ ਸਿੱਖਾਂ ਦੇ ਵੱਡੇ ਹਿੱਸੇ ਨੂੰ ਅਡੋਪਟ ਕਰਨੀ ਚਾਹੀਦੀ ਆ। ਜੀ ਬਿਲਕੁਲ। ਨਹੀਂ, ਉਹ ਹਮੇਸ਼ਾ ਮਤਲਬ ਇੰਟਰਨੈਸ਼ਨਲ ਪੋਲੀਟਿਕਸ ਨੂੰ ਵੀ ਸਮਝਦੇ ਨੇ, ਗਰਾਊਂਡ ਦੇ ਉੱਤੇ ਬੈਠ ਕੇ ਉਹਨਾਂ ਨੇ ਹੀ ਜਦੋਂ ਅਸੀਂ 3 ਨਿਊਕਲੀਅਰ ਪਾਵਰਸ ਦੇ ਵਿੱਚ ਜਿਹੜਾ ਸਾਡਾ ਖਿੱਤਾ ਆ ਪੰਜਾਬ, ਉਹ ਇਸਲਾਮਿਕ ਪਾਕਿਸਤਾਨ ਹੋਵੇ, ਕਮਿਊਨਿਸਟ ਚਾਈਨਾ ਹੋਵੇ ਤੇ ਹਿੰਦੂਤਵੀ ਇੰਡੀਆ ਹੋਵੇ, ਉਹਦੇ ਵਿੱਚ ਸਾਡਾ ਇੱਕ ਬਫਰ ਨੇਸ਼ਨ, ਬਫਰ ਸਟੇਟ ਕ੍ਰੀਏਟ ਕਰਨ ਦਾ ਜਿਹੜਾ ਇੱਕ ਕਨਸੈਪਟ ਹੈ, ਉਹਦੇ 'ਤੇ ਹਮੇਸ਼ਾ ਉਹਨਾਂ ਦੀ ਬੜੀ ਕਲੀਅਰ ਪੋਜੀਸ਼ਨ ਹੈਗੀ ਆ, ਬੜਾ ਕਲੀਅਰ ਸਟੈਂਡ ਆ ਵੀ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਇੱਕ ਪਰਮਾਨੈਂਟ ਪੀਸ ਦਾ ਸੋਲਿਊਸ਼ਨ ਹੈ ਉਹ ਉਸ ਖਿੱਤੇ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਕ੍ਰੀਏਟ ਕਰਕੇ ਹੀ ਸੰਭਵ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਅੱਜ ਦੇ ਇਸ ਸੈਗਮੈਂਟ ਦਾ, ਪਹਿਲੇ ਸੈਗਮੈਂਟ ਦਾ ਐਂਡ ਕਰਦੇ ਹਾਂ ਇੱਥੇ ਹੀ। ਸਾਡੇ ਜਿਹੜੇ ਦਰਸ਼ਕ ਨੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਉਹ ਇਸੇ ਤਰ੍ਹਾਂ ਬਣੇ ਰਹਿਣ। ਇਸ ਸੈਗਮੈਂਟ ਤੋਂ ਬਾਅਦ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ।